ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਭਗਤ ਕਬੀਰ ਜੀ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਰਹੇ ਹਾਂ। ਤੇ ਕਿਉਂਕਿ ਮੈਨੂੰ ਕਰੋਨਾ ਦੀ ਪ੍ਰੋਬਲਮ ਕਰਕੇ ਪਿਛਲਾ 1 ਵੀਕ ਮੈਂ ਆਪ ਦੇ ਨਾਲ ਸਾਂਝ ਨਹੀਂ ਪਾ ਸਕਿਆ, ਤੇ ਅੱਜ ਅਸੀਂ ਜਿਸ ਸ਼ਲੋਕ ਦੀ ਵਿਚਾਰ ਆਰੰਭ ਕਰ ਰਹੇ ਹਾਂ, ਸ਼ਲੋਕ ਨੰਬਰ 211 ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1375 ਤੇ ਅੰਕਿਤ ਹੈ। ਇਹ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੈ, ਲੇਕਿਨ ਇਸ ਦੇ ਅੰਦਰ ਜੋ ਨਾਮ ਹੈ ਉਹ ਭਗਤ ਕਬੀਰ ਜੀ ਦਾ ਹੀ ਵਰਤਿਆ ਗਿਆ ਹੈ। ਮਹਿਲਾ ਪੰਜਵਾਂ। ਕਬੀਰ ਚਾਵਲ ਕਾਰਨੇ ਤੁਖ ਕੋ ਮੂਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਕਬੀਰ ਤੇ ਥੋੜਾ ਜਿਹਾ ਰੁਕਣਾ ਹੈ। ਇਸ ਦਾ ਵਿਸਰਾਮ ਇਸ ਤਰ੍ਹਾਂ ਹੋਣਗੇ। ਕਬੀਰ ਚਾਵਲ ਕਾਰਨੇ ਤੁਖ ਕੋ ਮੂਹਲੀ ਲਾਏ। ਤੁਖ ਦਾ ਮਤਲਬ ਹੁੰਦਾ ਹੈ ਤੋ, ਜਿਹੜਾ ਚੌਲਾਂ ਦੇ ਉੱਤੇ ਛਿੱਲੜ ਹੁੰਦਾ ਹੈ, ਜੀਰੀ ਜਾਂ ਮੁੰਜੀ ਅਸੀਂ ਕਹਿੰਦੇ ਆ। ਚੌਲਾਂ ਦੇ ਉੱਤੇ ਜੋ ਛਿੱਲੜ ਹੁੰਦਾ ਹੈ ਉਹਨੂੰ ਕਹਿੰਦੇ ਨੇ ਤੁਖ। ਆਮ ਪੰਜਾਬੀ ਵਿੱਚ ਤੋ ਵੀ ਕਹਿ ਦਿੰਦੇ ਨੇ, ਤੁਖ ਵੀ ਕਹਿ ਦਿੰਦੇ ਨੇ। ਮੂਹਲੀ ਦਾ ਮਤਲਬ ਮੁਸਲੀ ਵੀ ਹੁੰਦਾ ਹੈ ਤੇ ਮੂਹਲੀ ਵੀ ਕਹਿੰਦੇ ਨੇ, ਜਿਸ ਦੇ ਨਾਲ ਚੌਲਾਂ ਨੂੰ ਛੜੀਦਾ ਹੈ। ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਚੌਲ ਛੱਡਣ ਵਾਲੀਆਂ। ਪਹਿਲਾਂ ਉਖਲੀ ਹੁੰਦੀ ਸੀ ਤੇ ਉਖਲੀ ਦੇ ਵਿੱਚ ਚੌਲਾਂ ਨੂੰ ਪਾ ਕੇ ਤੇ ਇੱਕ ਲੱਕੜ ਦੀ ਮੂਹਲੀ ਦੇ ਨਾਲ ਛੜੀਦਾ ਸੀ। ਕਈ ਵਾਰ ਉਹਦੇ ਥੱਲੇ ਇੱਕ ਲੋਹੇ ਦੀ ਕੜੀ ਜੀ ਵੀ ਪਾਈ ਹੁੰਦੀ ਸੀ, ਜਿਸ ਦੇ ਨਾਲ ਚੌਲ ਕੁੱਟ ਕੇ ਚੌਲਾਂ ਨੂੰ ਛੱਡ ਕੇ ਤੇ ਛਿਲਕਿਆਂ ਦੇ ਵਿੱਚੋਂ ਚੌਲਾਂ ਨੂੰ ਵੱਖਰਿਆਂ ਕੀਤਾ ਜਾਂਦਾ ਹੈ। ਕਾਰਨੇ ਦਾ ਮਤਲਬ ਲਈ, ਪ੍ਰਾਪਤ ਕਰਨ ਲਈ। ਕਬੀਰ ਜੀ ਕਹਿੰਦੇ ਨੇ, ਕਬੀਰ ਚਾਵਲ ਕਾਰਨੇ ਤੁਖ ਕੋ ਮੂਹਲੀ ਲਾਏ, ਕਿ ਤੋ ਨਾਲੋਂ ਚੌਲ ਵੱਖਰੇ ਕਰਨ ਦੀ ਖਾਤਰ, ਚੌਲ ਪ੍ਰਾਪਤ ਕਰਨ ਦੀ ਖਾਤਰ ਛੜਨ ਵੇਲੇ ਤੋ ਨੂੰ ਸੱਟ ਵੱਜਦੀ ਹੈ। ਜਿਹੜੇ ਛਿਲਕੇ ਨੇ ਉਹਨਾਂ ਨੂੰ ਸੱਟ ਵੱਜਦੀ ਹੈ। ਪ੍ਰਾਪਤ ਕਰਨੇ ਨੇ ਚੌਲ, ਹੁਣ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਸੱਟ ਵੱਜਦੀ ਹੈ ਛਿਲੜਾਂ ਨੂੰ। ਉਸ ਤੋਂ ਬਾਅਦ ਚਾਵਲ ਵੱਖਰੇ ਹੁੰਦੇ ਨੇ। ਅੱਗੇ ਕਹਿੰਦੇ ਨੇ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਸੰਗ ਕੁਸੰਗੀ ਦਾ ਮਤਲਬ ਵਿਕਾਰੀ ਬੰਦਿਆਂ ਦੀ ਸੰਗਤ ਵਿੱਚ ਬਹਿਣਾ, ਜਿਹੜੇ ਵਿਸ਼ੇ ਵਿਕਾਰ ਕਮਾਉਂਦੇ ਨੇ, 2 ਨੰਬਰ ਦੇ ਧੰਦੇ ਕਰਦੇ ਨੇ, ਈਰਖਾ, ਦਵੇਸ਼, ਵੈਰ, ਵਿਰੋਧ ਜਾਂ ਡਰੱਗ ਵਗੈਰਾ ਜਾਂ ਹੋਰ ਐਸੇ ਪਾਪ ਕਰਮ ਕਰਦੇ ਨੇ। ਬੈਸਤੇ ਦਾ ਮਤਲਬ ਬਹਿਣ ਦੇ ਨਾਲ। ਤਬ ਪੁੱਛੇ ਧਰਮ ਰਾਏ, ਤਾਂ ਉਹਨਾਂ ਨੂੰ ਧਰਮਰਾਜ ਲੇਖਾ ਮੰਗਦਾ ਹੈ। ਪੁੱਛੇ ਦਾ ਮਤਲਬ ਪੁੱਛਦਾ ਹੈ। ਇੱਥੇ ਪੁੱਛੇ ਧਰਮ ਰਾਏ ਦਾ ਮਤਲਬ ਧਰਮਰਾਜ ਉਹਨਾਂ ਨੂੰ ਸਜ਼ਾ ਦਿੰਦਾ ਹੈ। ਕਿਹਨਾਂ ਨੂੰ? ਜਿਹੜੇ ਵਿਕਾਰੀਆਂ ਦੀ ਸੰਗਤ ਵਿੱਚ ਬਹਿੰਦੇ ਨੇ, ਵਿਕਾਰੀਆਂ ਦੀ ਸੰਗਤ ਕਰਦੇ ਨੇ। ਹੁਣ ਧਰਮਰਾਜ ਸਜ਼ਾ ਕਿਹੜਾ ਦਿੰਦਾ ਹੈ? ਮਰਨ ਤੋਂ ਬਾਅਦ ਨਹੀਂ। ਆਪਾਂ ਧਰਮਰਾਜ ਬਾਰੇ ਵਿਚਾਰ ਕੀਤੀ ਸੀ ਨਾ ਕਿ ਧਰਮਰਾਜ ਕੀ ਹੈ। ਜਦੋਂ ਤੁਸੀਂ ਬੋਲ ਕੇ ਦੱਸੋਗੇ ਮੈਂ ਸਮਝ ਜਾਵਾਂਗਾ। ਅਨਮਿਊਟ ਰਹਿ ਕੇ ਹੀ ਬੋਲਣਾ ਹੈ। ਧਰਮਰਾਜ ਦਾ ਮਤਲਬ ਕੁਦਰਤ ਦਾ 52ਵਾਂ ਨਿਯਮ, ਕੁਦਰਤ ਦਾ 52ਵਾਂ ਨਿਯਮ, ਲਾ ਆਫ ਨੇਚਰ। ਕਬੀਰ ਜੀ ਕਹਿੰਦੇ ਨੇ, ਜਿਵੇਂ ਚੌਲ ਵੱਖਰੇ ਕਰਨ ਵਾਸਤੇ ਛਿਲੜਾਂ ਨੂੰ ਸੱਟ ਸਹਾਰਨੀ ਪੈਂਦੀ ਹੈ, ਇਸੇ ਤਰ੍ਹਾਂ ਜਦੋਂ ਕੋਈ ਬੰਦਾ ਵਿਕਾਰੀਆਂ ਦੀ ਸੰਗਤ ਕਰਦਾ ਹੈ ਤਾਂ ਉਹਨੂੰ ਜੋ ਕੁਦਰਤ ਦਾ 52ਵਾਂ ਨਿਯਮ ਹੈ ਉਹ ਸਜ਼ਾ ਦਿੰਦਾ ਹੈ। ਇਹ ਚੀਜ਼ ਨੂੰ ਅਸਾਂ ਥੋੜਾ ਜਿਹਾ ਸਮਝਣਾ ਹੈ। ਚੌਲਾਂ ਵਾਲੀ ਗੱਲ ਤਾਂ ਅਸੀਂ ਸਮਝ ਗਏ ਕਿ ਪ੍ਰਾਪਤ ਕਰਨੇ ਨੇ ਚੌਲ, ਤੇ ਉਹਨਾਂ ਚੌਲਾਂ ਨੂੰ ਪ੍ਰਾਪਤ ਕਰਨ ਵਾਸਤੇ ਉਖਲੀ ਵਿੱਚ ਪਾ ਕੇ ਮੁਸਲੀ ਦੇ ਨਾਲ, ਮੂਲੀ ਦੇ ਨਾਲ ਛੜਿਆ ਜਾ ਰਿਹਾ ਹੈ ਤੇ ਸੱਟ ਵੱਜ ਰਹੀ ਹੈ ਛਿਲਕਿਆਂ ਨੂੰ। ਯਾਨੀ ਚੌਲਾਂ ਦੀ ਸੰਗਤ ਕਰਕੇ ਛਿਲਕਿਆਂ ਨੂੰ ਵੀ ਸੱਟ ਵੱਜੀ ਹੈ। ਇਸੇ ਤਰ੍ਹਾਂ ਜਦੋਂ ਕੋਈ ਬੰਦਾ ਵਿਕਾਰੀਆਂ ਦੀ ਸੰਗਤ ਕਰਦਾ ਹੈ ਤੇ ਵਿਕਾਰੀਆਂ ਦੀ ਸੰਗਤ ਕਰਨ ਕਰਕੇ ਉਹਨੂੰ ਵੀ ਕੁਦਰਤ ਦਾ 52ਵਾਂ ਨਿਯਮ ਜਿਹੜਾ ਹੈ ਨਾ, ਕੁਦਰਤ ਦੇ 52ਵੇਂ ਨਿਯਮ ਵਿੱਚ ਉਹਨੂੰ ਸਜ਼ਾ ਮਿਲਦੀ ਹੈ। ਕਿਵੇਂ ਸਜ਼ਾ ਮਿਲਦੀ ਹੈ ਇਹ ਅਸੀਂ ਥੋੜਾ ਜਿਹਾ ਵਿਚਾਰਾਂਗੇ। ਮੰਨ ਲਓ ਕੋਈ 2 ਨੰਬਰ ਦੇ ਧੰਦੇ ਕਰਨ ਵਾਲਾ ਬੰਦਾ ਹੈ, ਡਰੱਗ ਸਪਲਾਈ ਕਰਦਾ ਹੈ, ਇਧਰ ਉਧਰ ਜਾਂ ਕੁਝ ਵੀ ਨਸ਼ਾ ਤਸਕਰੀ ਕਰਦਾ ਹੈ,
ਤੇ ਜੇ ਬੰਦਾ ਉਹਦੀ ਸੰਗਤ ਕਰੇ, ਉਹਦਾ ਸਾਥ ਦੇਵੇ, ਉਹ ਡਰੱਗ ਸਪਲਾਈ ਕਰਨ ਵਾਲਾ ਬੰਦਾ ਕਿਸੇ ਨੂੰ ਕਵੇ ਕਿ ਮੈਂ ਤੈਨੂੰ 200-400 ਜਾਂ 500 ਪਾਉਂਡ ਦੇ ਦਿਆਂਗਾ ਤੇ ਇਹ ਮੇਰੀ ਸ਼ੈ ਫਲਾਣੇ ਥਾਂ ਤੱਕ ਪਹੁੰਚਾ ਦੇ। ਹੁਣ ਉਹਦੀ ਸੰਗਤ ਕੀਤੀ, ਉਹਦਾ ਸਾਥ ਦਿੱਤਾ, ਤੇ ਰਾਸਤੇ ਦੇ ਅੰਦਰ ਪੁਲਿਸ ਨੇ ਫੜ ਲਿਆ। ਹੁਣ ਉਹ ਜਿੰਨਾ ਮਰਜ਼ੀ ਕਵੇ ਕਿ ਮੈਨੂੰ ਤੇ ਫਲਾਣੇ ਬੰਦੇ ਨੇ ਕਿਹਾ ਸੀ, ਹੋ ਸਕਦਾ ਹੈ ਕਿ ਉਹ ਵੀ ਫੜਿਆ ਜਾਵੇ, ਲੇਕਿਨ ਜਿਹੜਾ ਹੁਣ ਡਰੱਗ ਸਪਲਾਈ ਕਰਨ ਵਾਸਤੇ ਜਾ ਰਿਹਾ ਸੀ ਨਾ 500 ਪਾਉਂਡ ਪਿੱਛੇ ਜਾਂ ਕਿੰਨੇ ਪਿੱਛੇ, ਉਹ ਬੰਦੇ ਨੂੰ ਸਜ਼ਾ ਮਿਲੇਗੀ। ਇਹ ਕੁਦਰਤ ਦਾ ਨਿਯਮ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਿਵੇਂ ਕੋਈ ਬੰਦਾ ਈਰਖਾ, ਦਵੇਸ਼, ਵੈਰ ਵਿਰੋਧ ਕਰਦਾ ਹੈ, ਤੇ ਅਸੀਂ ਵੀ ਉਸ ਬੰਦੇ ਦੀ ਸੰਗਤ ਕਰੀਏ, ਯਾਨੀ ਆਪਣਾ ਸੁਭਾਅ ਉਹਦੇ ਮੁਤਾਬਕ ਬਣਾ ਲਈਏ, ਅਸੀਂ ਵੀ ਨਿੰਦਾ ਚੁਗਲੀ ਕਰਨੀ ਸ਼ੁਰੂ ਕਰ ਦਈਏ, ਤਾਂ ਜੋ ਕੁਦਰਤ ਦਾ 52ਵਾਂ ਨਿਯਮ ਹੈ, ਲਾ ਆਫ ਨੇਚਰ, ਜਿਹਨੂੰ ਧਰਮਰਾਜ ਕਿਹਾ ਜਾ ਰਿਹਾ ਹੈ, ਉਹ ਸਾਨੂੰ ਸਜ਼ਾ ਦੇਵੇਗਾ, ਕਿਉਂਕਿ ਸਾਡੇ ਅੰਦਰ ਨੈਗੇਟਿਵਿਟੀ ਪੈਦਾ ਹੋ ਜਾਏਗੀ। ਅਸੀਂ ਈਰਖਾ, ਦਵੇਸ਼, ਵੈਰ ਵਿਰੋਧ ਵਾਲੇ ਬੋਲ ਬੋਲਾਂਗੇ, ਤੇ ਉਹਨਾਂ ਦਾ ਫਲ ਫਿਰ ਸਾਨੂੰ ਸਹਾਰਨਾ ਪਵੇਗਾ। ਇੱਕ ਬੱਚਾ ਹੈ, ਉਹ ਚੰਗਾ ਭਲਾ ਸਕੂਲ ਜਾਂਦਾ ਹੈ, ਸਕੂਲ ਜਾ ਕੇ ਮਿਹਨਤ ਕਰਦਾ, ਪੜ੍ਹਦਾ ਹੈ, ਚੰਗੇ ਨੰਬਰਾਂ ਦੇ ਨਾਲ ਉਹ ਪਾਸ ਹੋ ਰਿਹਾ ਸੀ, ਪਰ ਉਹਨੇ ਕਿਸੇ ਐਸੇ ਬੱਚੇ ਦੀ ਸੰਗਤ ਕਰ ਲਈ ਜਿਹੜਾ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ, ਘਰਦਿਆਂ ਤੋਂ ਚੋਰੀ ਪੈਸੇ ਖਰਚ ਕਰਦਾ ਹੈ, ਫਿਲਮਾਂ ਦੇਖਦਾ ਹੈ, ਸਕੂਲ ਤੋਂ ਭੱਜ ਜਾਂਦਾ ਹੈ। ਉਸ ਬੱਚੇ ਨੇ ਵੀ ਉਹਦੀ ਸੰਗਤ ਕਰਨੀ ਸ਼ੁਰੂ ਕਰਤੀ, ਚੰਗੇ ਬੱਚੇ ਨੇ, ਉਹ ਵੀ ਇੱਕ ਦਿਨ ਸਕੂਲ ਤੋਂ ਭੱਜ ਗਿਆ, ਉਹਨੇ ਵੀ ਫਿਲਮ ਦੇਖੀ, ਤੇ ਕੀ ਹੋਇਆ, ਪਹਿਲਾਂ ਚੰਗੇ ਨੰਬਰਾਂ ਦੇ ਨਾਲ ਪਾਸ ਹੁੰਦਾ ਸੀ, ਹੁਣ ਉਹ ਫੇਲ ਹੋ ਗਿਆ, ਧਰਮਰਾਜ ਨੇ ਸਜ਼ਾ ਦੇ ਦਿੱਤੀ ਨਾ। ਇਹਨੂੰ ਕਹਿੰਦੇ ਨੇ ਕਿ ਜਦੋਂ ਵਿਸ਼ੇ ਵਿਕਾਰਾਂ ਦੀ ਸੰਗਤ ਅਸੀਂ ਕਰਦੇ ਹਾਂ, ਤਾਂ ਜੋ ਕੁਦਰਤ ਦਾ 52ਵਾਂ ਨਿਯਮ ਹੈ, ਉਸ ਨਿਯਮ ਦੇ ਅੰਦਰ ਬੰਦੇ ਨੂੰ ਸਜ਼ਾ ਮਿਲਦੀ ਹੈ। ਤਾਂ ਇਸ ਪਾਵਨ ਸ਼ਲੋਕ ਤੋਂ ਸਾਨੂੰ ਜ਼ਿੰਦਗੀ ਜੀਣ ਲਈ ਕੀ ਸੰਦੇਸ਼ ਮਿਲ ਰਿਹਾ ਹੈ? ਅਸਾਂ ਜ਼ਿੰਦਗੀ ਜੀਣੀ ਹੈ ਚੰਗੀ, ਸ਼ੁਭ ਗੁਣਾ ਵਾਲੀ। ਜੋ ਵਿਕਾਰੀ ਇਨਸਾਨ ਨੇ ਉਹਨਾਂ ਦੀ ਸੰਗਤ ਨਹੀਂ ਕਰਨੀ, ਭਾਵ ਵਿਕਾਰਾਂ ਦੇ ਰਾਹਾਂ ਤੇ ਨਹੀਂ ਤੁਰਨਾ, ਤਾਂ ਅਸੀਂ ਮਾਨਸਿਕ ਤੌਰ ਤੇ ਸੁਖੀ ਔਰ ਸ਼ਾਂਤ ਰਹਿ ਸਕਾਂਗੇ। ਜੇ ਕੋਈ ਇਨਸਾਨ ਮਾੜੇ ਕਰਮ ਕਰਨ ਵਾਲੇ ਇਨਸਾਨਾਂ ਦੀ ਸੰਗਤ ਕਰਦਾ ਹੈ, ਭਾਵ ਉਹਨਾਂ ਰਾਹਾਂ ਤੇ ਚੱਲਦਾ ਹੈ, ਤਾਂ ਉਹਨੂੰ ਕੁਦਰਤ ਦੇ 52ਵੇਂ ਨਿਯਮ ਦੇ ਅੰਦਰ ਸਜ਼ਾ ਭੁਗਤਣੀ ਪਵੇਗੀ। ਸਰੀਰਕ ਤੌਰ ਤੇ ਵੀ ਉਹ ਦੁਖੀ ਹੋ ਸਕਦਾ ਹੈ, ਮਾਨਸਿਕ ਤੌਰ ਤੇ ਵੀ ਉਹ ਪਰੇਸ਼ਾਨ ਹੋਏਗਾ। ਇਸ ਲਈ ਅਸਾਂ ਵਿਕਾਰੀਆਂ ਦੀ ਸੰਗਤ ਤੋਂ ਬਚਣਾ ਹੈ, ਵਿਕਾਰਾਂ ਤੋਂ ਬਚਣਾ ਹੈ। ਸਾਨੂੰ ਇਸ ਸ਼ਲੋਕ ਚੋਂ ਜ਼ਿੰਦਗੀ ਜੀਣ ਲਈ ਇਹ ਸੰਦੇਸ਼ ਮਿਲ ਰਿਹਾ ਹੈ। ਅਗਲਾ ਬਚਨ ਕਰਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛੀਪਹੁ ਛਾਇ ਲੈ ਰਾਮ ਨਾ ਲਾਵਹੁ ਚੀਤ। ਨਾਮਾ, ਭਗਤ ਨਾਮਦੇਵ ਜੀ ਦੇ ਕੋਲ ਭਗਤ ਤਿਰਲੋਚਨ ਜੀ ਮਿਲਣ ਜਾਂਦੇ ਨੇ, ਤੇ ਦੇਖਦੇ ਨੇ ਕਿ ਭਗਤ ਨਾਮਦੇਵ ਜੀ ਆਪਣਾ ਘਰ ਦਾ ਕੰਮ ਕਰ ਰਹੇ ਨੇ। ਛੀਪਹੁ, ਉਹ ਭਗਤ ਨਾਮਦੇਵ ਜੀ ਕੁਛ ਕੰਮ ਕਰ ਰਹੇ ਨੇ। ਛੀਪੋ ਦਾ ਮਤਲਬ ਹੁੰਦਾ ਹੈ ਠੇਕਣਾ, ਛੀਟ, ਕਿਸੇ ਕੱਪੜੇ ਦੇ ਉੱਤੇ ਡਿਜ਼ਾਈਨ ਆਦਿ ਕਰਨਾ। ਛਾਇਲੇ ਦਾ ਮਤਲਬ ਰਜ਼ਾਈਆਂ ਦੇ ਅੰਬਰੇ, ਯਾਨੀ ਉਹ ਡਿਜ਼ਾਈਨ ਬਣਾ ਰਹੇ ਨੇ, ਛੀਟਾਂ ਛਾਪ ਰਹੇ ਨੇ। ਤੇ ਭਗਤ ਨਾਮਦੇਵ ਜੀ ਨੂੰ ਤਿਰਲੋਚਨ ਜੀ ਕੀ ਕਹਿੰਦੇ ਨੇ? ਨਾਮਾ ਮਾਇਆ ਮੋਹਿਆ। ਤਿਰਲੋਚਨ ਜੀ ਆਖਦੇ ਨੇ ਕਿ ਹੇ ਮਿੱਤਰ ਨਾਮਦੇਵ, ਤੂੰ ਤੇ ਮਾਇਆ ਦਾ ਮੋਹਿਆ ਫਸਿਆ, ਮਾਇਆ ਦਾ ਮੋਹਿਆ ਹੋਇਆ ਹੈ, ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਆਮ ਲੋਕ ਨਹੀਂ, ਕੋਈ ਬੰਦਾ ਕਿਰਤਕਾਰ ਕਰਦਾ ਹੋਵੇ, ਬੜੇ ਵੀ ਮਾਇਆ ਦੇ ਵਿੱਚ ਅੱਜ ਕੱਲ ਫਸੇ ਹੋ, ਤੂੰ ਤੇ ਮਾਇਆ ਦੇ ਵਿੱਚ ਹੀ ਗਲਤਾਨ ਹੈ, ਆਮ ਲੋਕ ਇਹ ਚੀਜ਼ ਕਹਿ ਦਿੰਦੇ ਨੇ। ਕੰਮ ਕਰਨ ਵਾਲੇ ਬੰਦੇ ਨੂੰ, ਕਿਰਤ ਕਰਨ ਵਾਲੇ ਬੰਦੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਹ ਤੇ ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਜਿਵੇਂ ਖਾਸ ਕਰਕੇ ਅਸੀਂ ਅੱਜ ਦੀ ਇਸ ਦੁਨੀਆ ਵੱਲ ਵੀ ਵੇਖੀਏ ਤਾਂ ਕਿੰਨੇ ਸਾਰੇ ਤਿਆਗੀ ਸੰਤ ਬਾਬੇ ਨੇ ਜਿਨ੍ਹਾਂ ਨੇ ਗ੍ਰਸਤ ਨੂੰ ਤਿਆਗਿਆ ਹੈ, ਆਪਣੇ ਘਰ-ਬਾਰ ਨੂੰ ਛੱਡ ਕੇ ਵਿਆਹ ਸ਼ਾਦੀ ਨਹੀਂ ਕਰਾਇਆ, ਬਿਹੰਗਮ ਹੋ ਗਏ ਔਰ ਵੱਡੇ ਵੱਡੇ ਡੇਰੇ ਬਣਾ ਲਏ ਜਾਂ ਛੋਟੇ ਡੇਰੇ ਬਣਾ ਲਏ ਜਾਂ ਜੰਗਲਾਂ ਵਿੱਚ ਵੈਸੇ ਵਿਚਰ ਰਹੇ ਨੇ। ਤੇ ਉਹ ਕਹਿੰਦੇ ਨੇ ਕਿ ਅਸੀਂ ਤਿਆਗੀ ਨਾ, ਬਾਕੀ ਲੋਕ ਮਾਇਆ ਵਿੱਚ ਫਸੇ ਨੇ।
ਜੋ ਗ੍ਰਸਤ ਆਪਣਾ ਨਿਭਾ ਰਹੇ ਨੇ, ਕੰਮ ਕਰ ਰਹੇ ਨੇ, ਉਹਨਾਂ ਨੂੰ ਮਾਇਆ ਵਿੱਚ ਫਸਿਆ ਹੋਇਆ ਸਮਝ ਲਿਆ ਜਾਂਦਾ ਹੈ, ਕੰਮਕਾਰ ਕਰਨ ਵਾਲੇ ਨੂੰ। ਤੇ ਉਹ ਇਹ ਚੀਜ਼ ਸਮਝਦੇ ਨੇ ਕਿ ਸ਼ਾਇਦ ਘਰ-ਬਾਰ ਦੇ ਕੰਮ ਔਰ ਜ਼ਿੰਮੇਵਾਰੀਆਂ ਛੱਡ ਕੇ, ਜੰਗਲਾਂ ਵਿੱਚ ਜਾ ਕੇ, ਪਹਾੜਾਂ ਤੇ ਚੜ੍ਹ ਕੇ, ਭੋਰਿਆਂ ਵਿੱਚ ਵੜ ਕੇ, ਗੁਫਾਵਾਂ ਵਿੱਚ ਵੜ ਕੇ, ਮਾਲਾ ਫੇਰਨੀਆਂ, ਦਸਮ ਦੁਆਰ ਵਿੱਚ ਪ੍ਰਾਣ ਚੜਾਣੇ, ਜਾਂ ਹੋਰ ਇਹੋ ਜਿਹੇ ਕਰਮ ਕਰਨੇ ਹੀ ਭਗਤੀ ਹੈ। ਪਰ ਇਹ ਉਹਨਾਂ ਦਾ ਇੱਕ ਭੁਲੇਖਾ ਹੈ। ਇੱਥੇ ਉਸ ਭੁਲੇਖੇ ਨੂੰ ਹੀ ਕੱਢਿਆ ਜਾ ਰਿਹਾ ਹੈ। ਤ੍ਰਿਲੋਚਨ ਜੀ ਕਹਿੰਦੇ ਨੇ ਕਿ ਹੇ ਮਿੱਤਰ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸਿਆ ਹੋਇਆ ਹੈ। ਕਾਹੇ ਛੀਪੋ ਛਾਇ ਲੈ, ਰਾਮ ਨਾ ਲਾਵੋ ਚੀਤ। ਇਹ ਅੰਬਰੇ ਕਿਉਂ ਠੇਕ ਰਿਹਾ ਹੈ? ਅੱਜ ਤੂੰ ਡਿਜ਼ਾਈਨ ਬਣਾ ਰਿਹਾ ਲੋਕਾਂ ਦੇ ਕੱਪੜਿਆਂ ਉੱਤੇ, ਰੰਗ ਰਿਹਾ ਹੈ, ਇਹਨੂੰ ਛੱਡ। ਰਾਮ ਨਾ ਲਾਵੋ ਚੀਤ, ਰੱਬ ਦੇ ਨਾਮ ਦੇ ਨਾਲ ਤੂੰ ਚਿੱਤ ਨਹੀਂ ਜੋੜਦਾ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਜਿਹੜਾ ਰਮਿਆ ਹੋਇਆ ਹੈ, ਵਿਆਪਕ ਹੈ, ਉਹਦੇ ਵਿੱਚ ਆਪਣੇ ਚਿੱਤ ਨੂੰ ਜੋੜ। ਤੂੰ ਤੇ ਆਪਣਾ ਚਿੱਤ ਜੋੜਿਆ ਹੈ, ਅੰਮ੍ਰਿਤ ਛਾਪ ਰਿਹਾ ਹੈ, ਡਿਜ਼ਾਈਨ ਬਣਾ ਰਿਹਾ ਹੈ, ਕੱਪੜੇ ਰੰਗ ਰਿਹਾ ਹੈ। ਤੈਨੂੰ ਤੇ ਚਾਹੀਦਾ ਸੀ ਕਿ ਤੂੰ ਰੱਬ ਨਾਲ ਆਪਣੇ ਚਿੱਤ ਨੂੰ ਜੋੜਦਾ। ਇਹਨਾਂ ਧੰਦਿਆਂ ਦੇ ਵਿੱਚ ਤੂੰ ਕਿਉਂ ਫਸਿਆ ਹੋਇਆ ਹੈ? ਭਗਤੀ ਕਰਦਾ, ਜਿਹਨੂੰ ਆਮ ਲੋਕ ਭਗਤੀ ਸਮਝਦੇ ਨੇ। ਭਗਤ ਨਾਮਦੇਵ ਜੀ ਹੁਣ ਉਸ ਦਾ ਬੜੇ ਪਿਆਰ ਨਾਲ ਉੱਤਰ ਦੇ ਰਹੇ ਨੇ ਅਗਲੇ ਸ਼ਲੋਕ ਵਿੱਚ। ਨਾਮਾ ਕਹੇ ਤਿਲੋਚਨਾ। ਨਾਮਦੇਵ ਜੀ ਅੱਗੋਂ ਉੱਤਰ ਦਿੰਦੇ ਨੇ ਕਿ ਹੇ ਤ੍ਰਿਲੋਚਨ ਮਿੱਤਰ, ਮੁਖ ਤੇ ਰਾਮ ਸੰਭਾਲ। ਇਹ ਮੰਮੇ ਦੇ ਥੱਲੇ ਹਲੰਤ ਹੈ, ਇਹਨੂੰ ਥੋੜਾ ਜਿਹਾ ਹਾਹੇ ਦੀ ਤਰ੍ਹਾਂ ਆਵਾਜ਼ ਭਾਰੇ ਕਰਕੇ ਬੋਲਾਂਗੇ, ਸੰਭਾਲ ਨਹੀਂ ਬੋਲਾਂਗੇ, ਸੰਭਾਲ। ਮੁਖ ਤੇ ਰਾਮ ਸੰਭਾਲ। ਸੰਭਾਲ ਦਾ ਮਤਲਬ ਯਾਦ ਰੱਖ, ਉਹਦੇ ਗੁਣ ਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਹੇ ਤ੍ਰਿਲੋਚਨ ਮਿੱਤਰ, ਜ਼ਬਾਨ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰ, ਜ਼ਬਾਨ ਦੇ ਨਾਲ ਸੱਚ ਬੋਲ, ਜ਼ਬਾਨ ਦੇ ਨਾਲ ਪਿਆਰ ਦੀ ਗੱਲ ਕਰ, ਨਿਰਭੈਤਾ ਦੀ, ਨਿਰਵੈਰਤਾ ਦੀ, ਸੱਚ ਦੀ, ਸੰਤੋਖ ਦੀ, ਦਇਆ ਦੀ, ਧੀਰਜ ਦੀ, ਧਰਮ ਦੀ, ਇਨਸਾਨੀਅਤ ਦੀ, ਜ਼ਬਾਨ ਦੇ ਨਾਲ ਇਹ ਗੱਲਾਂ ਕਰ। ਕਿਉਂਕਿ ਸਾਡੇ ਬੋਲੇ ਹੋਏ ਬੋਲ ਸਾਡੇ ਉੱਤੇ ਵੀ ਔਰ ਸਮਾਜ ਉੱਤੇ ਵੀ ਅਸਰ ਪਾਉਂਦੇ ਨੇ। ਜੋ ਅਸੀਂ ਬੋਲਦੇ ਹਾਂ ਉਹ ਵਿਅਰਥ ਨਹੀਂ ਜਾਂਦੇ ਬੋਲ। ਨੈਗੇਟਿਵ ਬੋਲੇ ਹੋਏ ਬੋਲ ਵੀ ਵਿਅਰਥ ਨਹੀਂ ਜਾਂਦੇ, ਉਹ ਆਪਣਾ ਅਸਰ ਵਿਖਾਉਂਦੇ ਨੇ। ਪੋਜ਼ਿਟਿਵ ਬੋਲੇ ਹੋਏ ਬੋਲ ਵੀ ਵਿਅਰਥ ਨਹੀਂ ਜਾਂਦੇ, ਉਹ ਆਪਣਾ ਅਸਰ ਵਿਖਾਉਂਦੇ ਨੇ। ਕੁਝ ਲੋਕ ਐਸੇ ਨੇ ਜੋ ਹਮੇਸ਼ਾ ਨੈਗੇਟਿਵ ਹੀ ਬੋਲਦੇ ਰਹਿਣਗੇ। ਜਿੱਥੇ ਜਾਣਗੇ ਉਹਨਾਂ ਦੀ ਆਦਤ ਹੋਏਗੀ ਕਿ ਉਹ ਕਮੀ ਕੱਢਣਗੇ ਕਿ ਇੱਥੇ ਇਹ ਕਮੀ ਹੈ। ਉਹ ਮੱਖੀ ਦੀ ਤਰ੍ਹਾਂ ਸਾਰੇ ਸਰੀਰ ਨੂੰ ਛੱਡ ਕੇ ਉੱਥੇ ਬਹਿਣਗੇ ਜਿੱਥੇ ਜ਼ਖਮ ਹੋਏਗਾ। ਜਿਹੜੀ ਮੱਖੀ ਹੈ ਉਹ ਗੰਦਗੀ ਤੇ ਬਹਿੰਦੀ ਹੈ, ਕਦੇ ਫੁੱਲਾਂ ਦੇ ਉੱਤੇ ਨਹੀਂ ਬਹਿੰਦੀ। ਤਾਂ ਕੁਝ ਲੋਕਾਂ ਦੀ ਐਸੀ ਆਦਤ ਹੁੰਦੀ ਹੈ ਕਿ ਉਹ ਹਮੇਸ਼ਾ ਵਿਕਾਰਾਂ ਵਾਲੇ ਬੋਲ ਹੀ ਬੋਲਦੇ ਨੇ। ਲੇਕਿਨ ਕੁਝ ਲੋਕਾਂ ਦੀ ਐਸੀ ਆਦਤ ਹੁੰਦੀ ਹੈ, ਸੁਭਾਅ ਹੁੰਦਾ ਹੈ ਕਿ ਉਹ ਮਿੱਠੇ ਪਿਆਰੇ ਬੋਲ ਬੋਲਦੇ ਨੇ। ਇਸ ਲਈ ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਹੇ ਭਗਤ ਤ੍ਰਿਲੋਚਨ ਜੀ, ਜ਼ਬਾਨ ਦੇ ਨਾਲ ਪ੍ਰਭੂ ਦੇ ਗੁਣ ਗਾਣੇ ਚਾਹੀਦੇ ਨੇ, ਸਕਾਰਾਤਮਕ ਬੋਲ ਬੋਲਣੇ ਚਾਹੀਦੇ ਨੇ। ਬਾਣੀ ਵਿੱਚ ਹੋਰ ਥਾਂ ਵੀ ਬਚਨ ਕੀਤਾ ਨਾ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਰੱਬ ਦੇ ਨਾਲ ਮਿਲਣ ਦੀ ਚਾਹਤ ਹੈ ਤਾਂ ਕਿਸੇ ਦੇ ਦਿਲ ਨਾ ਦੁਖਾ। ਸਭਨਾ ਮਨ ਮਾਨਿਕ ਠਾਹਣ ਮੂਲ ਮਚਾਂਗਵਾ। ਹਰ ਹਿਰਦੇ ਦੇ ਅੰਦਰ ਰੱਬ ਵਸਦਾ ਹੈ, ਇਸ ਲਈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਯਾਨੀ ਜ਼ਬਾਨ ਦੇ ਨਾਲ ਸ਼ੁਭ ਵਚਨ ਬੋਲਣੇ ਚਾਹੀਦੇ ਨੇ। ਹੱਥ ਪਾਉ ਕਰ ਕਾਮ ਸਭ, ਇੱਥੇ ਪਾਉ ਨਹੀਂ ਪੜਨਾ, ਪਾਉ ਪੜਨਾ। ਜੇ ਪਾਉ ਪੜਾਂਗੇ, ਪਾਉ ਦਾ ਮਤਲਬ ਹੋ ਜਾਏਗਾ ਪਾਣਾ, ਪਾਉ ਪੈਰ। ਹੱਥ ਪਾਉ ਕਰ ਕਾਮ ਸਭ, ਹੱਥਾਂ ਤੇ ਪੈਰਾਂ ਦੇ ਨਾਲ ਸਾਰੇ ਕੰਮ ਕਰ। ਚੀਤ ਨਿਰੰਜਨ ਨਾਲ, ਚੀਤ ਦਾ ਮਤਲਬ ਚਿੱਤ, ਮੈਂਟੈਲਿਟੀ, ਸੋਚ, ਸੁਰਤ। ਨਿਰੰਜਨ ਦਾ ਮਤਲਬ ਨਿਰਅੰਜਨ, ਜੋ ਕਾਲਖ ਤੋਂ ਰਹਿਤ ਹੈ, ਜਿਹਦੇ ਅੰਦਰ ਮਾਇਆ ਦੀ ਕੋਈ ਲੇਪ ਨਹੀਂ, ਨਿਰਲੇਪ ਹੈ, ਜਿਹਦੇ ਤੇ ਮਾਇਆ ਦੀ ਕਾਲਖ ਅਸਰ ਨਹੀਂ ਕਰਦੀ, ਨਿਰਲੇਪ ਹੈ। ਤਾਂ ਹੱਥ ਪੈਰ ਵਰਤ ਕੇ ਸਾਰਾ ਕੰਮਕਾਜ ਕਰ ਔਰ ਆਪਣੀ ਸੁਰਤ ਨੂੰ ਨਿਰਲੇਪ ਪ੍ਰਭੂ ਦੇ ਨਾਲ ਜੋੜ। ਇਹ ਹੈ ਭਗਤੀ, ਇਹ ਹੈ ਸਿਮਰਨ, ਇਹ ਹੈ ਬੰਦਗੀ।
ਕਿ ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ, ਜ਼ਬਾਨ ਦੇ ਨਾਲ ਸ਼ੁਭ ਬੋਲ ਬੋਲਣੇ ਔਰ ਚਿੱਤ ਦੇ ਅੰਦਰ ਸ਼ੁਭ ਔਰ ਸੱਚੇ ਵਿਚਾਰ ਰੱਖਣੇ। ਇਹਨੂੰ ਕਹਿੰਦੇ ਨੇ ਮਨ, ਬਚਨ ਔਰ ਕਰਮ। ਮਨ ਕਰਕੇ ਸ਼ੁਭ ਗੁਣਾਂ ਬਾਰੇ ਸੋਚਣਾ, ਜ਼ਬਾਨ ਦੇ ਨਾਲ ਸ਼ੁਭ ਗੁਣਾਂ ਵਾਲੇ ਬੋਲ ਬੋਲਣੇ ਔਰ ਕਰਮ ਕਰਕੇ, ਬਿਹੇਵੀਅਰ ਕਰਕੇ ਸ਼ੁਭ ਗੁਣਾਂ ਵਾਲੇ ਕੰਮ ਕਰਨੇ। ਇਹੀ ਹੈ ਰੱਬ ਦਾ ਮਿਲਾਪ, ਇਹੀ ਹੈ ਰੱਬ ਦੀ ਭਗਤੀ, ਇਹੀ ਹੈ ਸਿਮਰਨ, ਇਹੀ ਹੈ ਬੰਦਗੀ। ਇਸ ਲਈ ਵਿਆਪਕ ਪ੍ਰਭੂ ਨੂੰ ਯਾਦ ਰੱਖਣ ਲਈ ਸੰਸਾਰ ਔਰ ਘਰ ਤਿਆਗਣ ਦੀ ਲੋੜ ਨਹੀਂ ਹੈ। ਜੇ ਸਾਰੇ ਲੋਕ ਕੰਮ ਛੱਡ ਕੇ ਸਮਾਧੀਆਂ ਲਾ ਕੇ ਬਹਿ ਜਾਣ ਤਾਂ ਦੁਨੀਆ ਚੱਲ ਨਹੀਂ ਸਕਦੀ। ਇਸ ਲਈ ਜੋ ਗੁਰਮਤਿ ਦੀ ਭਗਤੀ ਹੈ ਉਹ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ, ਜਾਂ ਹੁਕਮ ਰਜ਼ਾਈ ਚੱਲਣਾ, ਰਜਾ ਦੇ ਅੰਦਰ ਤੁਰਨਾ, ਸ਼ੁਭ ਗੁਣਾਂ ਨੂੰ ਗਾਣਾ, ਸ਼ੁਭ ਗੁਣਾਂ ਵਾਲੇ ਬੋਲ ਬੋਲਣੇ ਔਰ ਚੰਗਾ ਵਿਹਾਰ ਕਰਨਾ ਤੇ ਆਪਣੇ ਚਿੱਤ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਣਾ। ਭਗਤ ਨਾਮਦੇਵ ਜੀ ਨੇ ਹੋਰ ਬੜੇ ਸੌਖੇ ਢੰਗ ਦੇ ਨਾਲ ਸਾਨੂੰ ਇਹ ਚੀਜ਼ਾਂ ਸਮਝਾਈਆਂ ਨੇ। ਉਹ ਥੋੜਾ ਆਪਾਂ ਸਮਝਣ ਦਾ ਯਤਨ ਕਰਾਂਗੇ ਜਿਸ ਕਰਕੇ ਇਹ ਚੀਜ਼ਾਂ ਸੁਖੈਨ ਸਮਝ ਆ ਜਾਣ ਤੇ ਜਿਹੜੇ ਸਿਮਰਨ ਤੇ ਭਗਤੀ ਤੇ ਬੰਦਗੀ ਦੇ ਭਰਮ ਭੁਲੇਖੇ ਸਾਡੇ ਅੰਦਰ ਪਾਏ ਹੋਏ ਨੇ ਉਹ ਭਰਮ ਭੁਲੇਖੇ ਨਿਕਲ ਸਕਣ ਔਰ ਅਸੀਂ ਜੋ ਅਸਲ ਭਗਤੀ ਹੈ, ਗੁਰੂ ਨਾਨਕ ਦੇਵ ਦਾ ਜੋ ਭਗਤੀ ਮਾਰਗ ਹੈ, ਉਹਨੂੰ ਅਸੀਂ ਅਪਣਾ ਕੇ ਆਪਣੇ ਜੀਵਨ ਦਾ ਲਾਭ ਖੱਟ ਸਕੀਏ। ਭਗਤ ਨਾਮਦੇਵ ਜੀ ਨੇ ਦੇਖੋ ਕਿੰਨੇ ਪਿਆਰ ਨਾਲ ਸਮਝਾਇਆ। ਉਹ ਕਹਿੰਦਾ ਆਨੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ਼ ਮੱਧੇ ਪਰਮੀਲੇ, ਪੰਚ ਜਨਾ ਸਿਓ ਬਾਤ ਬਤੂਆ ਚੀਤ ਸੋ ਡੋਰੀ ਰਾਖੀਲੇ। ਕਹਿੰਦੇ ਨੇ ਜਿਵੇਂ ਇੱਕ ਬੱਚਾ ਕਾਗਜ਼ ਲਿਆਉਂਦਾ ਹੈ, ਕਾਗਜ਼ ਲਿਆ ਕੇ ਉਹਦੀ ਗੁੱਡੀ ਪਤੰਗ ਬਣਾਉਂਦਾ ਹੈ, ਉਸ ਪਤੰਗ ਨੂੰ ਆਕਾਸ਼ ਵਿੱਚ ਉਡਾਉਂਦਾ ਹੈ ਤੇ ਆਪਣੇ 4-5 ਸਾਥੀਆਂ ਦੇ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ। ਪਰ ਗੱਲਾਂ ਬਾਤਾਂ ਕਰਦਿਆਂ ਉਹਦਾ ਅਸਲ ਧਿਆਨ ਪਤੰਗ ਦੀ ਡੋਰ ਵਿੱਚ ਹੁੰਦਾ ਹੈ, ਪਤੰਗ ਵਿੱਚ ਹੁੰਦਾ ਹੈ। ਜਦੋਂ ਪਤੰਗ ਡੱਕੋ ਡੋਲੇ ਖਾਂਦੀ ਹੈ ਤਾਂ ਉਹ ਟੁਣਕਾ ਮਾਰ ਕੇ ਹਵਾ ਨਾਲ ਉਹਦਾ ਸੰਬੰਧ ਬਣਾਉਂਦਾ ਹੈ। ਜੇ ਥੱਲੇ ਡਿੱਗਣ ਲੱਗਦੀ ਤੇ ਪਤੰਗ ਨੂੰ ਬੜੀ ਤੇਜ਼ੀ ਦੇ ਨਾਲ ਖਿੱਚ ਕੇ ਫਿਰ ਹਵਾ ਦੇ ਵਿੱਚ ਜੋੜਦਾ ਹੈ। ਅਸਲ ਧਿਆਨ ਉਹਦਾ ਹੈ ਡੋਰ ਵਿੱਚ, ਬਾਕੀ ਸਾਥੀਆਂ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਵਿੱਚ ਅਸੀਂ ਆਪਣੇ ਧੀਆਂ, ਪੁੱਤਰਾਂ, ਭੈਣਾਂ, ਭਰਾਵਾਂ, ਰਿਸ਼ਤੇਦਾਰਾਂ, ਨਾਨਕਿਆਂ, ਦਾਦਕਿਆਂ ਦੇ ਨਾਲ ਵਰਤਣਾ ਹੈ, ਪਰ ਅਸਲ ਸੁਰਤ ਸਾਡੀ ਸੱਚ ਦੇ ਵਿੱਚ ਜੁੜੀ ਹੋਣੀ ਚਾਹੀਦੀ ਹੈ। ਹੁਕਮ ਰਜ਼ਾਈ ਚੱਲਣਾ ਵਾਲੀ ਗੱਲ ਹੋਣੀ ਚਾਹੀਦੀ ਹੈ। ਜੋ ਸੁਰਤ ਹੈ, ਮੈਂਟੈਲਿਟੀ ਦੇ ਅੰਦਰ ਸ਼ੁਭ ਵਿਚਾਰ ਹੋਣੇ ਚਾਹੀਦੇ ਨੇ, ਸੱਚ ਹੋਣਾ ਚਾਹੀਦਾ ਹੈ। ਸਿੰਪਲ ਗੱਲ ਹੈ, ਸੱਚ ਦੇ ਨਾਲ ਜੁੜੇ ਰਹਿਣਾ। ਹੋਰ ਇੱਕ ਮਿਸਾਲ ਦਿੱਤੀ ਹੈ, ਆਨੀ ਲੈ ਗਾਗਰ ਭਰਾਈ ਲੈ ਊਦਕ ਰਾਜ ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੇ ਹੈ ਚੀਤ ਸੁਗਾਗਰ ਰਾਖੀਏ ਲੈ। ਤੁਸੀਂ ਭੈਣਾਂ ਮੇਰੀ ਉਮਰ ਦੀਆਂ ਆਪ ਇੰਡੀਆ ਦੇ ਵਿੱਚ ਪਾਣੀ ਭਰਿਆ ਹੋਣਾ ਜ਼ਰੂਰ, ਖੂਹਾਂ ਤੋਂ ਪਾਣੀ ਭਰ ਕੇ ਲਿਆਈਦਾ ਸੀ। ਮੈਂ ਰਾਜਸਥਾਨ ਵਿੱਚ ਆਪਣੀ ਮਾਤਾ ਦੇ ਨਾਲ ਆਪ ਪਾਣੀ ਭਰ ਕੇ ਲਿਆਉਂਦਾ ਰਿਹਾ। ਖੂਹ ਥੋੜਾ ਦੂਰ ਸੀ ਤੇ ਉੱਥੋਂ ਖੂਹ ਤੋਂ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖਣੇ। ਕਈਆਂ ਬੀਬੀਆਂ ਨੇ 2 ਘੜੇ ਵੀ ਰੱਖੇ ਹੁੰਦੇ, ਇੱਕ ਵੱਡਾ ਘੜਾ, ਇੱਕ ਉੱਤੇ ਛੋਟੀ ਘੜੀ, ਤੇ ਨਾਲ ਹੱਥ ਵਿੱਚ ਬਾਲਟੀ ਵੀ ਭਰੀ ਹੁੰਦੀ ਸੀ। ਸਿਰ ਤੇ ਘੜਾ ਵੀ ਰੱਖਿਆ ਹੈ, ਉੱਤੇ ਨਿੱਕੀ ਘੜੀ ਵੀ ਰੱਖੀ ਹੈ, ਹੱਥ ਵਿੱਚ ਬਾਲਟੀ ਵੀ ਪਾਣੀ ਦੀ ਫੜੀ ਹੈ, ਤੇ ਬੀਬੀਆਂ ਆਪਸ ਵਿੱਚ ਗੱਲਾਂ ਵੀ ਕਰਦੀਆਂ ਨੇ, ਹਾਸਾ ਮਜ਼ਾਕ ਵੀ ਕਰਦੀਆਂ ਨੇ, ਹੱਥ ਵੀ ਛੱਡੇ ਨੇ। ਲੇਕਿਨ ਉਹਨਾਂ ਦਾ ਅਸਲ ਧਿਆਨ ਘੜੇ ਦੇ ਵਿੱਚ ਹੁੰਦਾ ਹੈ ਵੀ ਘੜਾ ਡੋਲ ਨਾ ਜਾਏ। ਉਹ ਘੜੇ ਨੂੰ ਡੋਲ ਕੇ ਡਿੱਗਣ ਨਹੀਂ ਦਿੰਦੀਆਂ। ਮੈਂ ਖੁਦ ਪਾਣੀ ਭਰਦਾ ਰਿਹਾ ਵਾਂ ਖੂਹ ਤੋਂ ਔਰ ਹੱਥ ਛੱਡੇ ਹੁੰਦੇ ਸੀ। ਤਾਂ ਇਹਦਾ ਮਤਲਬ ਕਿ ਸਾਡਾ ਧਿਆਨ ਜਿਹੜਾ ਹੈ ਉਹ ਮੇਨ ਹੈ ਘੜੇ ਵਿੱਚ, ਕਿ ਘੜਾ ਨਾ ਡਿੱਗ ਜਾਏ। ਗੱਲਾਂ ਬਾਤਾਂ ਵੀ ਕਰਨੀਆਂ ਨੇ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਰੱਬ ਦੀ ਭਗਤੀ ਦਾ ਮਤਲਬ ਇਹ ਨਹੀਂ ਕਿ ਵੱਖਰੇ ਬਹਿ ਕੇ ਸਮਾਧੀ ਲਾ ਕੇ ਬਹਿ ਜਾਓ, ਦਸਮ ਦੁਆਰ ਵਿੱਚ ਪ੍ਰਾਣ ਛੁਡਾ ਲਓ, ਗੁਫਾ ਚ ਵੜ ਜਾਓ ਨਾ। ਕੰਮ ਕਰੋ, ਭੈਣਾਂ ਨਾਲ, ਭਰਾਵਾਂ ਨਾਲ, ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ ਦੇ ਨਾਲ, ਮਿੱਤਰਾਂ, ਸੱਜਣਾ ਦੇ ਨਾਲ ਵਰਤੋ, ਕੰਮਕਾਰ ਕਰੋ। ਪਰ ਜਿਵੇਂ ਉਹ ਬੀਬੀਆਂ ਭੈਣਾਂ ਧਿਆਨ ਘੜੇ ਵਿੱਚ ਰੱਖਦੀਆਂ ਨੇ, ਆਪਣਾ ਧਿਆਨ ਸੱਚ ਦੇ ਵਿੱਚ ਜੋੜ ਕੇ ਰੱਖੋ। ਕਿਤੇ ਤੁਹਾਡੇ ਅੰਦਰ ਝੂਠ ਨਾ ਆਵੇ, ਫਰੇਬ ਨਾ ਆਵੇ, ਸੱਚ ਦੇ ਨਾਲ, ਸੁਰਤ ਸੱਚ ਦੇ ਨਾਲ ਜੁੜੀ ਰਹੇ। ਇਹ ਭਗਤੀ ਹੈ। ਹੋਰ ਇੱਕ ਮਿਸਾਲ ਦਿੱਤੀ ਹੈ। ਉਹ ਕਹਿਣ ਲੱਗੇ ਮਨ ਰਾਮ ਨਾਮਾ ਬੇਦ ਹੀ ਅਲੇ ਜੈਸੇ ਕਨਿਕ ਕਲਾ ਚਿਤ ਮਾਂਡੀਲੇ।
ਕਿ ਰੱਬ ਦੇ ਨਾਲ ਆਪਣੇ ਮਨ ਨੂੰ ਕਿਵੇਂ ਜੋੜਨਾ ਹੈ। ਕਨਿਕ ਕਲਾਚਿਤ ਮਾਂਡੀਏ ਦਾ ਮਤਲਬ ਜਿਵੇਂ ਇੱਕ ਸੁਨਿਆਰਾ ਹੈ ਨਾ, ਤਾਂ ਸੁਨਿਆਰੇ ਵੀਰ ਦੇ ਕੋਲ ਜਾਓ, ਚਾਂਦੀ ਦਾ ਰੇਟ ਪੁੱਛੋ, ਤੁਹਾਨੂੰ ਚਾਂਦੀ ਦਾ ਰੇਟ ਦੱਸੇਗਾ, ਸੋਨੇ ਦਾ ਰੇਟ ਦੱਸੇਗਾ, ਜੋ ਉਹਦੇ ਕੋਲ ਹੀਰੇ ਵਗੈਰਾ ਨੇ ਉਹਨਾਂ ਦਾ ਰੇਟ ਦੱਸੇਗਾ, ਤੁਹਾਨੂੰ ਡਿਜ਼ਾਈਨ ਵੀ ਵਿਖਾਏਗਾ ਛਾਪਾਂ ਦੇ, ਛੱਲਿਆਂ ਦੇ, ਗੱਲਾਂ ਤੁਹਾਡੇ ਨਾਲ ਕਰੇਗਾ। ਪਰ ਉਹ ਗੱਲਾਂ ਕਰਦਿਆਂ ਕਰਦਿਆਂ ਇਹ ਨਹੀਂ ਕਿ ਜਿਹੜੀ ਛਾਪ ਬਣਾ ਰਿਹਾ ਤੇ ਉਹਦਾ ਛੱਲਾ ਬਣਾਉਣ ਲੱਗ ਜਾਏ। ਉਹਦਾ ਅਸਲ ਧਿਆਨ ਸੋਨੇ ਦੀ ਮੀਨਾਕਾਰੀ ਵਿੱਚ ਹੁੰਦਾ ਹੈ। ਰੇਟ ਦੱਸਦਿਆਂ, ਗੱਲਾਂ ਬਾਤਾਂ ਕਰਦਿਆਂ ਆਪਣੇ ਧਿਆਨ ਨੂੰ ਸੋਨੇ ਦੀ ਮੀਨਾਕਾਰੀ ਵਿੱਚ ਰੱਖਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਵਿੱਚ ਸੱਜਣਾ, ਮਿੱਤਰਾਂ, ਭੈਣਾਂ, ਭਰਾਵਾਂ, ਨਾਨਕਿਆਂ, ਦਾਦਕਿਆਂ, ਸਹੁਰਿਆਂ, ਯਾਰਾਂ ਦੋਸਤਾਂ ਦੇ ਨਾਲ ਮਿਲਣਾ ਵਰਤਣਾ ਹੈ, ਕੰਮਕਾਰ ਕਰਨਾ ਹੈ, ਪਰ ਅਸਲ ਧਿਆਨ ਸੱਚ ਵਿੱਚ ਜੋੜ ਕੇ ਰੱਖਣਾ ਹੈ। ਅਸਲ ਧਿਆਨ ਰੱਬੀ ਰਜ਼ਾ ਦੇ ਵਿੱਚ ਜੋੜ ਕੇ ਰੱਖਣਾ ਹੈ, ਗੁਣਾਂ ਦੇ ਵਿੱਚ ਜੋੜ ਕੇ ਰੱਖਣਾ ਹੈ। ਜੋ ਮੂਲ ਮੰਤਰ ਵਿੱਚ ਸਾਨੂੰ ਗੁਣ ਦੱਸੇ ਨੇ, ਉਹਨਾਂ ਗੁਣਾਂ ਦੇ ਵਿੱਚ ਧਿਆਨ ਨੂੰ ਜੋੜ ਕੇ ਰੱਖਣਾ ਹੈ। ਇਹ ਹੈ ਭਗਤੀ ਔਰ ਬੰਦਗੀ। ਦੇਖੋ ਕਿੰਨਾ ਸੌਖਾ ਕੰਮ ਹੈ। ਰੱਬ ਦੇ ਵਿੱਚ ਮਿਲਣਾ ਕਿੰਨਾ ਸੌਖਾ ਹੋ ਗਿਆ ਨਾ। ਸੰਸਾਰ ਨੂੰ ਨਹੀਂ ਛੱਡਣਾ। ਇਹਨਾਂ ਸ਼ਲੋਕਾਂ ਵਿੱਚ ਕਿਤੇ ਕੋਈ ਸਮਾਧੀ ਲਾਉਣ ਦੀ ਗੱਲ ਨਹੀਂ ਕਹੀ, ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਗੱਲ ਨਹੀਂ ਕਹੀ, ਇੱਥੇ ਅਨਲੋਮ ਵਿਲੋਮ ਦੀ ਗੱਲ ਨਹੀਂ, ਇੱਥੇ ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਇੱਥੇ ਕੰਮਕਾਰ ਛੱਡਣ ਦੀ ਲੋੜ ਨਹੀਂ। ਸਿਰਫ ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਨਾਲ ਕੰਮਕਾਰ ਕਰਨੇ ਨੇ, ਜ਼ਬਾਨ ਦੇ ਨਾਲ ਸ਼ੁਭ ਬੋਲ ਬੋਲਣੇ ਨੇ, ਚੀਤ ਨਿਰੰਜਨ ਨਾਲ, ਚੀਤ ਦਾ ਮਤਲਬ ਮੈਂਟੈਲਿਟੀ, ਜੋ ਸੋਚ ਹੈ ਉਹਨੂੰ ਨਿਰਲੇਪ ਰੱਖਣਾ ਹੈ, ਸੱਚ ਦੇ ਨਾਲ ਜੋੜ ਕੇ ਰੱਖਣਾ ਹੈ। ਅਗਲਾ ਬਚਨ ਕਰਦੇ ਨੇ, ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ, ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਦੇਖੋ ਸ਼ਬਦੀ ਅਰਥ ਤੇ ਸਿੱਧੇ ਨੇ ਕਿ ਕਬੀਰ ਜੀ ਕਹਿੰਦੇ ਨੇ, ਨਾ ਕੋਈ ਇਹ ਸਾਡਾ ਸਦਾ ਦਾ ਸਾਥੀ ਹੈ ਔਰ ਨਾ ਅਸੀਂ ਕਿਸੇ ਦੇ ਸਦਾ ਦੇ ਸਾਥੀ ਬਣ ਸਕਦੇ ਹਾਂ। ਬੇੜੀ ਦੇ ਪੂਰ ਦਾ ਮੇਲਾ ਹੈ, ਅੱਜ ਅਸੀਂ ਇਕੱਠੇ ਹਾਂ, ਕੱਲ ਨੂੰ ਅਸੀਂ ਵਿਛੜ ਸਕਦੇ ਹਾਂ। ਕੋਈ ਕਿਸੇ ਦਾ ਸदैਵੀ ਸਾਥੀ ਨਹੀਂ ਹੈ। ਤਾਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਅੰਦਰ ਨੈਗੇਟਿਵਿਟੀ ਪੇਸ਼ ਕੀਤੀ ਜਾ ਰਹੀ ਹੈ ਕਿ ਸਾਡਾ ਕੋਈ ਸਾਥੀ ਹੈ ਹੀ ਨਹੀਂ, ਅਸੀਂ ਕਿਸੇ ਦਾ ਸਾਥ ਦੇਣਾ ਹੀ ਨਹੀਂ, ਜਾਂ ਰਿਸ਼ਤੇ ਨਾਤੇ ਜਾਂ ਦੂਜਾ ਇਹ ਸਾਰਾ ਕੁਝ ਝੂਠ ਹੈ। ਐਸਾ ਨਹੀਂ ਹੈ। ਗੱਲ ਇਹ ਹੈ ਕਿ ਜੇ ਸਾਡੀ ਜ਼ਿੰਦਗੀ ਵਿੱਚ ਸੱਚ ਨਹੀਂ, ਜੇ ਅਸੀਂ ਸੱਚ ਦੇ ਨਾਲ ਨਹੀਂ ਜੁੜੇ, ਤਾਂ ਫਿਰ ਨਾ ਅਸੀਂ ਕਿਸੇ ਦੇ ਆ, ਨਾ ਕੋਈ ਸਾਡਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਬਾਣੀ ਵਿੱਚ ਆਉਂਦਾ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਦੋਂ ਬੰਦਾ ਸੱਚ ਨੂੰ ਛੱਡ ਦਿੰਦਾ ਨਾ, ਉਦੋਂ ਫਿਰ ਕੋਈ ਰਿਸ਼ਤਾ ਨਾਤਾ ਆਪਣਾ ਨਹੀਂ ਰਹਿ ਜਾਂਦਾ। ਰਿਸ਼ਤੇ ਨਾਤੇ ਸਾਰੇ ਫਿੱਕੇ ਪੈ ਜਾਂਦੇ ਨੇ। ਰਿਸ਼ਤੇ ਨਾਤੇ ਹੁੰਦੇ ਨੇ, ਲੇਕਿਨ ਜਦੋਂ ਅਸੀਂ ਦੇਖਦੇ ਹਾਂ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਅਖਬਾਰਾਂ ਦੀਆਂ ਰਿਪੋਰਟਾਂ ਇਹ ਦੱਸਦੀਆਂ ਨੇ ਕਿ ਜੋ ਟੀਨ ਏਜਰ ਬੱਚੀਆਂ ਨੇ, ਉਹਨਾਂ ਦੇ ਨਾਲ ਜੋ ਛੇੜਛਾੜ ਦੀਆਂ ਘਟਨਾਵਾਂ ਨੇ, ਉਹ 95% ਜਿਹੜੀਆਂ ਨੇ ਉਹ ਜਾਣਕਾਰ ਬੰਦਿਆਂ ਵੱਲੋਂ ਹੋਈਆਂ ਨੇ। ਚਾਹੇ ਉਹ ਰਿਸ਼ਤੇਦਾਰ ਨੇ, ਚਾਹੇ ਅੜੋਸੀ ਪੜੋਸੀ ਨੇ, ਯਾਰ ਦੋਸਤ ਨੇ, ਰੋਜ਼ ਦੇ ਆਉਣ ਜਾਣ ਵਾਲੇ ਨੇ, ਉਹਨਾਂ ਵੱਲੋਂ ਹੋਈਆਂ ਨੇ। ਔਰ ਉਹਨਾਂ ਨੂੰ ਸ਼ਰਮ ਕਰਕੇ ਜਾਂ ਕਿਸੇ ਕਰਕੇ ਛੁਪਾ ਦਿੱਤਾ ਜਾਂਦਾ ਹੈ। ਹੁਣ ਐਸਾ ਕਿਉਂ ਹੋਇਆ ਕਿ ਰੋਜ਼ ਆਉਣ ਜਾਣ ਵਾਲੇ ਰਿਸ਼ਤੇਦਾਰਾਂ ਵੱਲੋਂ ਐਸੀ ਘਟਨਾ? ਹੁਣ ਸਾਥੀ ਨਾ ਰਹੇ, ਰਿਸ਼ਤੇਦਾਰ ਨਾ ਰਹੇ। ਕਿਉਂ? ਕਿਉਂਕਿ ਸੱਚ ਨਹੀਂ ਰਿਹਾ। ਜੇ ਅੰਦਰ ਸੱਚ ਨਹੀਂ ਹੈ ਤਾਂ ਰਿਸ਼ਤੇ ਨਾਤੇ ਵੀ ਸਾਰੇ ਝੂਠੇ ਹੋ ਜਾਣਗੇ। ਇਸ ਲਈ ਸੱਚੀ ਪ੍ਰੀਤ, ਜੇ ਸੱਚ ਨਹੀਂ ਤਾਂ ਫਿਰ ਸਾਡਾ ਕੋਈ ਸਾਥੀ ਨਹੀਂ, ਅਸੀਂ ਕਿਸੇ ਦੇ ਸਾਥੀ ਨਹੀਂ ਹਾਂ। ਇਹ ਸਾਥ ਤਾਂ ਹੀ ਹੈ ਜੇ ਮਨ, ਬਚਨ ਔਰ ਕਰਮ ਕਰਕੇ ਬੰਦਾ ਸੱਚ ਦੇ ਨਾਲ ਜੁੜਿਆ ਹੋਇਆ ਹੈ। ਆਪਾਂ ਪ੍ਰੇਮ ਦੀ ਵਿਆਖਿਆ ਕਈ ਵਾਰ ਕਰ ਚੁੱਕੇ ਹਾਂ। ਪ੍ਰੇਮ ਦਾ ਮਤਲਬ ਹੀ ਇਹ ਹੈ ਜਿੱਥੇ ਪਰੇ ਪਲਸ ਮ, ਜਿੱਥੇ ਈਗੋ ਦੂਰ ਹੋ ਜਾਏ। ਦੂਜੀ ਸ਼ਰਤ ਪ੍ਰੇਮ ਦੀ, ਜਿੱਥੇ ਸਵਾਰਥ ਨਾ ਹੋਵੇ। ਤੀਜੀ ਸ਼ਰਤ ਪ੍ਰੇਮ ਦੀ, ਜਿੱਥੇ ਤਿਆਗ ਹੈ, ਸਮਰਪਣ ਹੈ। ਚੌਥੀ ਸ਼ਰਤ ਪ੍ਰੇਮ ਦੀ ਕਿ ਪਾਰਦਰਸ਼ੀ ਮਿਲਵਰਤਨ ਹੈ। ਜੇ ਇਹ ਕੁਛ ਨਹੀਂ ਤੇ ਨਾ ਅਸੀਂ ਕਿਸੇ ਦੇ ਤੇ ਨਾ ਕੋਈ ਸਾਡਾ, ਕੋਈ ਵੀ ਨਹੀਂ।
ਇਸ ਲਈ ਕਬੀਰ ਜੀ ਕਹਿੰਦੇ ਨੇ, ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੀ ਸਮਾਹੇ। ਜਿਨ ਦਾ ਮਤਲਬ ਜਿਸ ਨੇ। ਜਦੋਂ ਵੀ ਜਿਨ ਔਰ ਤਿਨ ਦੇ ਨੰਨੇ ਨਾਲ ਸਿਹਾਰੀ ਹੋਏ ਨਾ, ਤਾਂ ਇਹ ਸ਼ਬਦ ਹਮੇਸ਼ਾ ਸਿੰਗੂਲਰ ਹੁੰਦਾ ਹੈ। ਜਦੋਂ ਜਿਨ ਔਰ ਤਿਨ ਦਾ ਨੰਨਾ ਮੁਕਤਾ ਹੋਏਗਾ, ਉਦੋਂ ਇਹ ਪਲੂਰਲ ਸ਼ਬਦ ਹੋਏਗਾ। ਇੱਥੇ ਜਿਨ ਦਾ ਮਤਲਬ ਜਿਨ੍ਹਾਂ ਨੇ ਨਹੀਂ, ਇੱਥੇ ਜਿਨ ਦਾ ਮਤਲਬ ਹੈ ਜਿਸ ਨੇ, ਸਿੰਗੂਲਰ ਸ਼ਬਦ ਹੈ। ਇਹ ਸ਼ਬਦ ਇਹਨੂੰ ਇਹੋ ਨਹੀਂ ਪੜਨਾ, ਇਹ ਪੜਨਾ ਹੈ ਕਿਉਂਕਿ ਇਹ ਸਿੰਗੂਲਰ ਸ਼ਬਦ ਹੈ। ਜਿਨ ਇਹ ਰਚਨ ਰਚਾਇਆ, ਜਿਸ ਪ੍ਰਭੂ ਨੇ ਇਹ ਰਚਨਾ ਰਚੀ ਹੈ, ਤਿਸ ਹੀ ਮਾਹੇ ਸਮਾਹੇ। ਕਬੀਰ ਜੀ ਕਹਿੰਦੇ ਨੇ ਅਸੀਂ ਉਹਦੇ ਵਿੱਚ ਹੀ ਟਿਕੇ ਰਹਿੰਦੇ ਹਾਂ, ਉਹਦੀ ਯਾਦ ਵਿੱਚ, ਰੱਬੀ ਗੁਣਾਂ ਦੀ ਯਾਦ ਵਿੱਚ। ਜੇ ਅਸੀਂ ਰੱਬੀ ਗੁਣਾਂ ਦੀ ਯਾਦ ਵਿੱਚ ਜੁੜੇ ਹਾਂ ਮਨ ਬਚਨ ਕਰਮ ਕਰਕੇ, ਫਿਰ ਜੇ ਇਹ ਰਿਸ਼ਤੇ ਨਾਤੇ ਨਿਭਾ ਰਹੇ ਹਾਂ ਤੇ ਫਿਰ ਇਹ ਰਿਸ਼ਤੇ ਨਾਤੇ ਵੀ ਸੱਚੇ ਨੇ। ਫਿਰ ਅਸੀਂ ਇੱਕ ਦੂਜੇ ਦੇ ਸਾਥੀ ਹੋ ਸਕਦੇ ਹਾਂ ਆਤਮਿਕ ਜੀਵਨ ਵਿੱਚ। ਪਰ ਜਿਹੜਾ ਇਨਸਾਨ ਰੱਬੀ ਗੁਣਾਂ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹ ਕਿਸੇ ਦਾ ਨਹੀਂ ਹੁੰਦਾ। ਉਹ ਗੰਗੂ ਦੀ ਤਰ੍ਹਾਂ ਜਦੋਂ ਮਰਜ਼ੀ ਗੜਬੜ ਕਰ ਜਾਏਗਾ। ਔਰ ਜਿਹੜੇ ਸੱਚ ਦੇ ਨਾਲ ਜੁੜੇ ਨੇ, ਉਹ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਦੀ ਤਰ੍ਹਾਂ ਆਪਣਾ ਆਪਾ ਵਾਰ ਜਾਣਗੇ, ਲੇਕਿਨ ਸੱਚ ਦਾ ਤਿਆਗ ਨਹੀਂ ਕਰਨਗੇ। ਤਾਂ ਇਸ ਲਈ ਸਾਨੂੰ ਇੱਥੋਂ ਕੀ ਸੇਧ ਮਿਲ ਰਹੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਹ ਰਿਸ਼ਤੇ ਨਾਤੇ, ਮਿੱਤਰਤਾਵਾਂ, ਇੱਕ ਦੂਜੇ ਦੇ ਅਸੀਂ ਸੰਗੀ ਸਾਥੀ ਸੱਚੇ ਹੋ ਸਕੀਏ, ਤਾਂ ਉਹਦੇ ਵਾਸਤੇ ਗੁਣਾਂ ਨੂੰ ਜ਼ਿੰਦਗੀ ਦਾ ਬੇਸ ਬਣਾਉਣਾ ਚਾਹੀਦਾ ਹੈ। ਜੋ ਰੱਬੀ ਗੁਣ ਨੇ ਉਹਨਾਂ ਦੇ ਵਿੱਚ ਸਮਾਏ ਰਹੋ, ਤਾਂ ਫਿਰ ਇਹ ਰਿਸ਼ਤੇ ਨਾਤੇ ਵੀ ਸਾਰਥਕ ਨੇ। ਤੇ ਜੇ ਰੱਬੀ ਗੁਣਾਂ ਦੇ ਨਾਲ ਨਹੀਂ ਜੁੜੇ ਹੋਏ, ਕਾਹਦੇ ਰਿਸ਼ਤੇ ਤੇ ਕਾਹਦੇ ਨਾਤੇ। ਇਸ ਲਈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬੀ ਗੁਣਾਂ ਤੋਂ ਬਿਨਾਂ ਸਾਡੇ ਜੀਵਨ ਦੇ ਆਤਮਿਕ ਜੀਵਨ ਦਾ ਕੋਈ ਸਾਥੀ ਨਹੀਂ ਹੈ। ਜੇਕਰ ਅਸੀਂ ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਂਦੇ ਹਾਂ, ਤਾਂ ਇਥੋਂ ਸਾਨੂੰ ਜੀਣ ਵਾਸਤੇ ਜੋ ਸੇਧ ਮਿਲ ਰਹੀ ਹੈ, ਉਹ ਇਹ ਹੈ ਕਿ ਅਸੀਂ ਰੱਬੀ ਗੁਣਾਂ ਦੇ ਨਾਲ ਜੁੜ ਕੇ ਰਹਿਣਾ ਹੈ ਔਰ ਇਹਨਾਂ ਰਿਸ਼ਤਿਆਂ ਨਾਤਿਆਂ ਨੂੰ ਨਿਭਾਉਣਾ ਹੈ। ਜੇ ਅਸੀਂ ਰੱਬੀ ਗੁਣਾਂ ਨਾਲ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜਾਂਗੇ, ਤਾਂ ਸਾਡੇ ਇਹ ਰਿਸ਼ਤਿਆਂ ਨਾਤਿਆਂ ਦੇ ਵਿੱਚੋਂ ਹੀ ਸੁੱਖ, ਸ਼ਾਂਤੀ, ਆਨੰਦ, ਖੇੜਾ ਪੈਦਾ ਹੋ ਸਕੇਗੀ। ਪਰ ਜੇ ਅਸੀਂ ਸੱਚ ਦੇ ਨਾਲੋਂ ਟੁੱਟ ਗਏ, ਤਾਂ ਫਿਰ ਇਹ ਰਿਸ਼ਤੇ ਨਾਤੇ ਵੀ ਕੋਈ ਕਿਸੇ ਦੇ ਨਹੀਂ ਬਣਦੇ। ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਇੱਥੇ ਜੋ ਸ਼੍ਰੋਮਣੀ ਕਮੇਟੀ ਵੱਲੋਂ ਅਰਥ ਦਿੱਤੇ ਗਏ ਨੇ ਕੀਚੜ, ਉਹ ਲਿਖ ਰਹੇ ਨੇ ਕਿ ਸ੍ਰੀ ਕਰਤਾਰਪੁਰ ਵਾਲੀ ਬੀੜ ਦੇ ਵਿੱਚ ਪਾਠ ਜਿਹੜਾ ਹੈ ਉਹ ਚੀਕੜ ਹੈ, ਤਾਂ ਇੱਥੇ ਕੀਚੜ ਹੈ, ਇਸ ਲਈ ਅਸੀਂ ਕੀਚੜ ਹੀ ਪੜਾਂਗੇ। ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨਾ ਆਇਓ ਹਾਥ। ਕੀਚੜ ਦਾ ਮਤਲਬ ਚਿੱਕੜ ਵਿੱਚ। ਹੁਣ ਇੱਥੇ ਇਸ ਚੀਜ਼ ਨੂੰ ਸਮਝਣ ਵਾਸਤੇ ਅਸੀਂ ਸਮਝ ਸਕਦੇ ਹਾਂ ਕਿ ਆਟਾ ਪੀਵੀਦੀ ਸੀ ਚੱਕੀਆਂ ਤੇ ਕਈ ਵਾਰ ਇੰਝ ਹੁੰਦਾ ਸੀ ਵੀ ਚੱਕੀ ਪੀਣ ਦੇ ਨਾਲ ਉਹ ਚੱਕੀ ਥੋੜੀ ਖੁੰਡੀ ਦੀ ਹੋ ਜਾਂਦੀ ਸੀ ਤੇ ਆਟਾ ਪੂਰਾ ਨਹੀਂ ਸੀ ਪੀਂਦੀ, ਉਹਨੂੰ ਰਾਣ ਵਾਸਤੇ ਆਉਂਦੇ ਸਨ ਤੇ ਉਹ ਫਿਰ ਠੁੱਕ ਠੁੱਕ ਕਰਕੇ ਥੋੜਾ ਛੈਣੀ ਦੇ ਨਾਲ ਉਹਨੂੰ ਰਾਂਦੇ ਸਨ, ਜਿਹਦੇ ਨਾਲ ਚੱਕੀ ਆਟਾ ਠੀਕ ਪੀਂਦੀ ਸੀ। ਕਈ ਵਾਰੀ ਕਿਸੇ ਦੀ ਕਿੱਲੀ ਮਾਨੀ ਟੁੱਟ ਗਈ ਤਾਂ ਵੀ ਗੁਆਂਢੀਆਂ ਦੇ ਘਰ ਆਟਾ ਪੀਣ ਚਲੇ ਜਾਈਦਾ ਸੀ, ਚਲੋ ਗੁਆਂਢੀਆਂ ਦੀ ਚੱਕੀ ਤੇ ਆਟਾ ਪੀ ਲਿਆਉਂਦੇ। ਹੁਣ ਕੋਈ ਔਰਤ ਆਟਾ ਪੀ ਰਹੀ ਹੈ ਤੇ ਆਟਾ ਪੀਂਦਿਆਂ ਨਾਲ ਕਈ ਵਾਰ ਥੋੜੇ ਛੋਲੇ ਭੁੰਨ ਕੇ ਬੀਬੀਆਂ ਰੱਖ ਲੈਂਦੀਆਂ ਸੀ, ਜਮਾਂ ਦੀਆਂ ਧਾਣਾ ਭੁੰਨ ਕੇ ਰੱਖ ਲੈਣੀਆਂ, ਨਾਲ ਨਾਲ ਆਟਾ ਪੀ ਵੀ ਜਾਣਾ ਤੇ ਨਾਲ ਕੋਈ ਦੋ ਦਾਣੇ ਮੂੰਹ ਚ ਪਾਈ ਜਾਣੇ। ਚੱਕੀਆਂ ਜਿਹੜੀਆਂ ਨੇ ਇਹ ਤੇ ਬਹੁਤ ਬਾਅਦ ਵਿੱਚ ਆਈਆਂ, ਬੀਬੀਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਤੇ ਆਟਾ ਪੀਣ ਦੀ ਜ਼ਿੰਮੇਵਾਰੀ ਕਰੀਬ 99% ਜਿਹੜੀ ਉਹ ਬੀਬੀਆਂ ਦੀ ਹੀ ਹੁੰਦੀ ਸੀ। ਸਵੇਰੇ ਉੱਠ ਕੇ ਪਹਿਲਾਂ ਦਾਣੇ ਪੀਣੇ, ਆਟਾ ਪੀਣਾ ਤੇ ਫਿਰ ਰੋਟੀ ਪਕਾਣੀ, ਫਿਰ ਸ਼ਾਮ ਨੂੰ ਰਾਤ ਦੀਆਂ ਰੋਟੀਆਂ ਵਾਸਤੇ ਫਿਰ ਆਟਾ ਪੀਣਾ। ਬਹੁਤ ਵੱਡੀ ਮਿਹਨਤ ਸੀ। ਤੇ ਮੈਂ ਰਾਜਸਥਾਨ ਦੇ ਵਿੱਚ ਛੋਟਾ ਹੁੰਦਾ ਆਪਣੀ ਮਾਤਾ ਦੇ ਨਾਲ ਆਟਾ ਖੁਦ ਵੀ ਪਿਆਂਦਾ ਰਿਹਾ ਵਾਂ ਚੱਕੀ ਦੇ ਨਾਲ। ਇਹ ਸਾਰੇ ਮਤਲਬ ਚੀਜ਼ਾਂ ਵੇਖੀਆਂ ਨੇ ਆਪਣੀਆਂ ਅੱਖਾਂ ਦੇ ਨਾਲ।
ਹੁਣ ਹੋਇਆ ਕਿ ਕੋਈ ਬੀਬੀ ਆਟਾ ਪੀ ਰਹੀ ਹੈ, ਆਟਾ ਪੀ ਕੇ ਆਟਾ ਹੁਣ ਉਸ ਚੱਕੀ ਦੇ ਗੰਢ ਚੋਂ ਬਾਹਰ ਕੱਢਿਆ, ਥਾਲੀ ਵਿੱਚ ਜਾਂ ਪਰਾਤ ਵਿੱਚ ਆਟਾ ਪਾ ਕੇ ਤੁਰੀ ਹੈ। ਬਰਸਾਤ ਦਾ ਮੌਸਮ ਹੈ, ਅੱਗੇ ਚਿੱਕੜ ਸੀ, ਪੈਰ ਤੇ ਲੱਗਿਆ ਤੇ ਪੈਰ ਤੇ ਲੱਗ ਕੇ ਜਿਹੜਾ ਪੀਸਿਆ ਆਟਾ ਸੀ ਉਹ ਸਾਰਾ ਚਿੱਕੜ ਵਿੱਚ ਡਿੱਗ ਪਿਆ, ਆਟਾ ਚਿੱਕੜ ਵਿੱਚ ਡਿੱਗ ਪਿਆ। ਹੁਣ ਦੇਖੋ ਉਸ ਬੀਬੀ ਦੇ ਮਨ ਦੇ ਉੱਤੇ ਕੀ ਬੀਤੇਗੀ ਕਿ ਜਿਸਨੇ 2-2.5 ਘੰਟੇ ਲਗਾ ਕੇ ਆਟਾ ਪੀਸਿਆ ਹੋਵੇ ਤੇ ਪੈਰ ਤਿਲਕ ਜਾਏ ਤੇ ਆਟਾ ਡਿੱਗ ਜਾਏ। ਕਬੀਰ ਜੀ ਕਹਿੰਦੇ ਨੇ ਜਿਵੇਂ ਕੋਈ ਤੀਵੀਂ ਕਿਸੇ ਦੇ ਘਰੋਂ ਆਟਾ ਪੀ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿੱਚ ਆਟਾ ਚਿੱਕੜ ਵਿੱਚ ਡਿੱਗ ਪਿਆ, ਕਿਛੂ ਨਾ ਆਇਓ ਹਾਥ, ਉਹਦੇ ਪੱਲੇ ਕੁਛ ਨਾ ਰਿਹਾ। ਪੀਸਤ ਪੀਸਤ ਚਾਬਿਆ, ਚਾਬਿਆ ਦਾ ਮਤਲਬ ਚੱਬਿਆ, ਮਤਲਬ ਦਾਣੇ ਜਿਵੇਂ ਚੱਬੀ ਦੇ ਨੇ। ਚੱਕੀ ਪੀਂਦਿਆਂ ਪੀਂਦਿਆਂ ਜਿੰਨੇ ਕੁ ਦਾਣੇ ਉਹਨੇ ਚੱਬ ਲਏ, ਸੋਈ ਨਿਭਿਆ ਸਾਥ, ਉਹੀ ਉਹਦੇ ਕੰਮ ਆਏ, ਬਾਕੀ ਕੰਮ ਨਾ ਆਇਆ, ਬਾਕੀ ਸਾਰਾ ਆਟਾ ਬੇਕਾਰ ਹੋ ਗਿਆ। ਹੁਣ ਬੰਦੇ ਨੂੰ ਇਹ ਖਿਆਲ ਹੁੰਦਾ ਹੈ ਕਿ ਜ਼ਿੰਦਗੀ ਪੂਰੀ ਕਰਕੇ ਮੈਂ ਸ਼ੁਭ ਗੁਣਾਂ ਦਾ ਧਾਰਨੀ ਹੋਵਾਂਗਾ, ਪਰ ਇੰਜ ਕਰਨ ਦੇ ਨਾਲ ਸ਼ਾਇਦ ਮੌਕਾ ਮਿਲੇ ਹੀ ਨਾ। ਇਸ ਲਈ ਜੋ ਕਰਨਾ ਹੈ ਜ਼ਿੰਦਗੀ ਦੇ ਨਾਲ ਨਿਤ ਦੀ ਵਰਤੋਂ ਵਿੱਚ ਹੀ ਕਰਦੇ ਰਹੀਏ ਤਾਂ ਠੀਕ ਹੈ, ਨਹੀਂ ਤਾਂ ਸਾਡੇ ਪੱਲੇ ਵੀ ਕੁਝ ਨਹੀਂ ਪੈਣਾ। ਇਹ ਜ਼ਿੰਦਗੀ ਜੀਂਦਿਆਂ ਜੀਂਦਿਆਂ ਪੀਸਤ ਚਾਬਿਆ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ, ਜੇ ਇਸ ਜੀਵਨ ਦੇ ਅੰਦਰ ਮੋਹ ਹੈ, ਜੇ ਵਿਕਾਰ ਨੇ, ਤਾਂ ਫਿਰ ਪੱਲੇ ਕੱਖ ਨਹੀਂ ਪੈਣਾ। ਉਹ ਜਿਹੜਾ ਆਟਾ ਸੀ ਨਾ, ਜੋ ਕੁਛ ਪੀਵਿਆ, ਉਹ ਸਾਰਾ ਚਿੱਕੜ ਦੇ ਵਿੱਚ ਡਿੱਗਣ ਦੇ ਬਰਾਬਰ ਹੋ ਜਾਏਗਾ। ਕਿਵੇਂ? ਵਰਤ ਰੱਖ ਲੈ, ਨਰਾਤੇ ਕਰ ਲੈ, ਸਰਾਧ ਕਰ ਲੈ, ਜਪ ਤਪ ਸੰਜਮ ਕਰ ਲੈ, ਹੋਰ ਕਰਮ ਕਾਂਡ ਕਰ ਲੈ, ਇਹ ਸਾਰੇ ਇੰਜ ਨੇ ਜਿਵੇਂ ਪੀਂਦਿਆਂ ਪੀਂਦਿਆਂ ਸਾਰਾ ਆਟਾ ਚਿੱਕੜ ਦੇ ਵਿੱਚ ਡਿੱਗ ਗਿਆ ਹੋਵੇ। ਇਹਨਾਂ ਦੇ ਰਾਹੀਂ ਕੁਛ ਵੀ ਪੱਲੇ ਪੈਣ ਵਾਲਾ ਨਹੀਂ। ਪਾਪ ਔਰ ਵਿਕਾਰ ਕਮਾਏ ਜ਼ਿੰਦਗੀ ਜੀਂਦਿਆਂ, ਤਾਂ ਉਹਨਾਂ ਦੇ ਨਾਲ ਸਾਡੇ ਪੱਲੇ ਪੈਣ ਵਾਲਾ ਕੁਛ ਨਹੀਂ ਹੈ। ਪੀਸਤ ਚਾਬਿਆ ਦਾ ਮਤਲਬ ਜੋ ਜ਼ਿੰਦਗੀ ਜੀਂਦਿਆਂ ਜੀਂਦਿਆਂ ਜੋ ਅਸੀਂ ਰੱਬੀ ਗੁਣ ਗਾ ਲਏ। ਚਾਬਿਆ ਦਾ ਮਤਲਬ ਹੁੰਦਾ ਨਾ ਚਿੱਥਣਾ, ਜਿਹੜੀ ਚੀਜ਼ ਨੂੰ ਚਿੱਥੀ, ਜਿਸਵੇਂ ਅਸੀਂ ਕਹਿੰਦੇ ਆ ਕਿ ਫਲਾਂ ਬੰਦਾ ਯਾਰ ਗੱਲ ਨਾ ਚਿੱਥ ਕੇ ਕਰਦਾ। ਚਿੱਥ ਕੇ ਦਾ ਮਤਲਬ ਵਿਚਾਰ ਕੇ ਕਰਦਾ ਕਿ ਕੀ ਲਾਭ ਹੈ ਔਰ ਕੀ ਹਾਨੀ ਹੈ, ਕੀ ਚੰਗਾ ਹੈ ਕੀ ਮਾੜਾ ਹੈ, ਕੀ ਪੁੰਨ ਹੈ ਕੀ ਪਾਪ ਹੈ, ਕੀ ਧਰਮ ਹੈ ਕੀ ਅਧਰਮ ਹੈ, ਕੀ ਠੀਕ ਹੈ ਕੀ ਗਲਤ ਹੈ। ਇਹਨਾਂ ਚੀਜ਼ਾਂ ਨੂੰ ਵਿਚਾਰਨਾ ਔਰ ਸ਼ੁਭ ਗੁਣਾਂ ਦੇ ਧਾਰਨੀ ਹੋਣਾ। ਜ਼ਿੰਦਗੀ ਜੀਂਦਿਆਂ ਜੀਂਦਿਆਂ ਜਿਹੜੇ ਸ਼ੁਭ ਗੁਣਾਂ ਦੇ ਧਾਰਨੀ ਹੋ ਗਏ, ਉਹ ਜੀਵਨ ਦੇ ਨਾਲ ਨਿਭਦਾ ਹੈ, ਬਾਕੀ ਸਾਰਾ ਕੁਝ ਵਿਅਰਥ ਚਲਾ ਜਾਂਦਾ ਹੈ। ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਨਹੀਂ ਕਰਨਾ। ਦੇਖੋ, ਦੋ ਚੀਜ਼ਾਂ ਨੇ, ਅਸਾਂ ਪਹਿਲਾਂ ਵੀ ਵਿਚਾਰਿਆ ਸੀ, ਕੰਮ ਔਰ ਕਿਰਤ ਹੈ, ਦੋਵੇਂ ਕੰਮ ਨੇ। ਜਦੋਂ ਅਸੀਂ ਕੰਮ ਕਰਦੇ ਹਾਂ ਔਰ ਸਾਡੇ ਕੰਮ ਦਾ ਬੇਸ ਝੂਠ ਫਰੇਬ ਹੋਵੇ, 2 ਨੰਬਰ ਦੇ ਧੰਦੇ ਹੋਣ, ਉਦੋਂ ਉਹ ਕੰਮ ਹੀ ਸਾਡੇ ਵਾਸਤੇ ਜੰਜਾਲ ਬਣ ਜਾਂਦੇ ਨੇ। ਤੇ ਜਦੋਂ ਸਾਡੇ ਕੰਮਾਂ ਦਾ ਬੇਸ ਸੱਚ ਹੋਵੇ, ਉਹ ਕੰਮ ਹੀ ਸਾਡੀ ਕਿਰਤ ਬਣ ਜਾਂਦੇ ਨੇ, ਭਗਤੀ ਬਣ ਜਾਂਦੇ ਨੇ, ਰੱਬ ਦੇ ਮਿਲਾਪ ਦਾ ਕਾਰਨ ਬਣ ਜਾਂਦੇ ਨੇ। ਇਸੇ ਨੂੰ ਕਹਿੰਦੇ ਨੇ ਪੀਸਤ ਚਾਬਿਆ, ਯਾਨੀ ਜ਼ਿੰਦਗੀ ਜੀਂਦਿਆਂ ਜੀਂਦਿਆਂ ਜਿਹੜੇ ਸ਼ੁਭ ਗੁਣ ਗਾਏ, ਚੰਗੇ ਕੰਮ ਕੀਤੇ, ਉਹ ਆਤਮਿਕ ਜੀਵਨ ਦੇ ਵਿੱਚ ਸਾਥ ਦੇਣਗੇ। ਬਾਕੀ ਸਾਰਾ ਕੁਝ ਤੇ ਚਿੱਕੜ ਦੇ ਵਿੱਚ ਡਿੱਗ ਪੈਣਾ। ਕਿਵੇਂ ਚਿੱਕੜ ਵਿੱਚ ਡਿੱਗ ਪੈਣਾ? ਹੁਣ ਬੰਦੇ ਨੇ ਬੜੀ ਮਿਹਨਤ ਕੀਤੀ, ਤੇ ਮਿਹਨਤ ਕੀਤੀ ਕਾਹਦੇ ਤੇ? ਈਰਖਾ ਕਰਨ ਤੇ, ਪਾਪ ਕਰਨ ਤੇ, ਕਿਸੇ ਦੀਆਂ ਚੁਗਲੀਆਂ ਕਰਨ ਤੇ, ਨਿੰਦਿਆ ਕਰਨ ਤੇ, ਹੰਕਾਰ ਦੇ ਨਾਲ ਦੂਜਿਆਂ ਨੂੰ ਨੀਵਾਂ ਵਿਖਾਉਣ ਤੇ ਮਿਹਨਤ ਕੀਤੀ ਨਾ। ਤੇ ਇਹਦਾ ਫਲ ਕੀ ਮਿਲੇਗਾ? ਇਹ ਕਿਚੜ ਦੇ ਵਿੱਚ, ਚਿੱਕੜ ਦੇ ਵਿੱਚ ਡਿੱਗਣ ਵਾਲੀ ਗੱਲ ਹੈ। ਇਹਨਾਂ ਦਾ ਕੋਈ ਆਤਮਿਕ ਲਾਭ ਨਹੀਂ ਹੋਣਾ। ਜਿੰਨੀ ਮਰਜ਼ੀ ਮਿਹਨਤ ਕਰਕੇ ਈਰਖਾ ਕਰੀ ਜਾਓ, ਜਿੰਨੀ ਮਰਜ਼ੀ ਮਿਹਨਤ ਕਰਕੇ ਤੁਸੀਂ ਆਪਣੇ ਆਪ ਨੂੰ ਵੱਡੇ ਸਾਬਤ ਕਰਕੇ, ਹੰਕਾਰੀ ਬਣ ਕੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਕਤਲ ਕਰੀ ਜਾਓ, ਤਾਂ ਇਹ ਆਤਮਿਕ ਜੀਵਨ ਚਿੱਕੜ ਦੇ ਵਿੱਚ ਡੇਗਣ ਵਾਲੀ ਗੱਲ ਹੈ। ਇਹਦੇ ਨਾਲ ਪੱਲੇ ਕੱਖ ਨਹੀਂ ਪੈਣਾ।
क्रोध दे नाल तुसीं लोहे लाखे होए पए हो। किसी ने राह पूछ लिया ते नाल ही कहा मैं तेरे प्यो दा नौकर लगा इत्थे, मैं तेनों राह दस्सण वास्ते खड़ा, तेनों नहीं दिसदा। ਤਾਂ ਇਹ ਹੰਕਾਰ ਹੈ ਨਾ, ਇਹ ਚਿੱਕੜ ਦੇ ਵਿੱਚ ਆਟਾ ਡੇਗਣ ਵਾਲੀ ਗੱਲ ਹੈ। ਯਾਨੀ ਸਾਰੀ ਮਿਹਨਤ ਬੇਕਾਰ ਚੱਲੀ ਜਾਏਗੀ ਜੇ ਸੱਚ ਦੇ ਨਾਲੋਂ ਟੁੱਟ ਗਏ। ਜੋ ਜ਼ਿੰਦਗੀ ਜੀਂਦਿਆਂ ਜੀਂਦਿਆਂ ਸੱਚ ਬੋਲ ਲਿਆ, ਸੱਚੀ ਜ਼ਿੰਦਗੀ ਜੀ ਲਈ, ਉਹ ਨਾਲ ਨਿਭੇਗੀ। ਇਸ ਲਈ ਇਹ ਵੇਟ ਨਾ ਕਰੋ ਕਿ ਅਸੀਂ ਕੱਲ ਤੋਂ ਕੰਮ ਸ਼ੁਰੂ ਕਰਾਂਗੇ, ਪਰਸੋਂ ਨੂੰ ਕਰਾਂਗੇ। ਹਰ ਸਵਾਸ ਦੇ ਨਾਲ ਯਾਨੀ ਹਰ ਪਲ ਸੱਚ ਦੇ ਨਾਲ ਜੁੜੇ ਰਹੋ, ਸ਼ੁਭ ਗੁਣਾਂ ਦੇ ਨਾਲ ਜੁੜੇ ਰਹੋ। ਇਹ ਤੁਹਾਡੇ ਨਾਲ ਨਿਭੇਗਾ ਆਤਮਿਕ ਜੀਵਨ ਵਿੱਚ। ਤੇ ਜੇ ਸੱਚ ਨੂੰ ਛੱਡ ਕੇ ਕੇਵਲ ਕਰਮ ਕਾਂਡ ਕਰੋਗੇ, ਈਰਖਾ ਦਵੈਸ਼ ਵੈਰ ਵਿਰੋਧ ਕਰੋਗੇ, ਤੇ ਉਸ ਬੀਬੀ ਵਾਲੀ ਹਾਲਾਤ ਹੋਵੇਗੀ ਜਿਵੇਂ ਆਟਾ ਚਿੱਕੜ ਦੇ ਵਿੱਚ ਡਿੱਗ ਪਏ ਤੇ ਪੱਲੇ ਕੱਖ ਵੀ ਨਾ ਪਵੇ। ਇਹ ਜੋ ਵਿਕਾਰੀ ਜ਼ਿੰਦਗੀ, ਇਹਦੇ ਚੋਂ ਪੱਲੇ ਕੱਖ ਨਹੀਂ ਪੈਣਾ। ਸਮਾਜ ਦੇ ਅੰਦਰ ਦੁੱਖ ਫੈਲਣਗੇ, ਪਰਿਵਾਰਾਂ ਵਿੱਚ ਦੁੱਖ ਫੈਲਣਗੇ, ਪਰਿਵਾਰ ਟੁੱਟਣਗੇ, ਮਨੁੱਖ ਦੀ ਮਨੁੱਖ ਤੋਂ ਦੂਰੀ ਵਧੇਗੀ, ਪੱਲੇ ਕੱਖ ਨਹੀਂ ਪੈਣਾ। ਪਰ ਜੇ ਅਸੀਂ ਸੱਚ ਨਾਲ ਜੁੜਾਂਗੇ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ, ਉਹ ਸਾਡਾ ਸਾਥ ਦੇਵੇਗਾ। ਉਹ ਗੁਣ ਸਾਡੇ ਆਤਮਿਕ ਜੀਵਨ ਦੇ ਸਾਥੀ ਬਣਨਗੇ। ਤਾਂ ਇਥੋਂ ਸਾਨੂੰ ਜ਼ਿੰਦਗੀ ਜੀਣ ਲਈ ਜੋ ਸੇਧ ਮਿਲ ਰਹੀ ਹੈ, ਉਹ ਇਹੀ ਸੇਧ ਮਿਲ ਰਹੀ ਹੈ ਕਿ ਭਾਈ ਅਸੀਂ ਵਿਕਾਰਾਂ ਤੋਂ ਬਚਣਾ ਹੈ। ਵਿਕਾਰਾਂ ਵਾਲੀ ਜ਼ਿੰਦਗੀ ਇੰਜ ਜਿਵੇਂ ਸਾਰਾ ਆਟਾ ਪੀਣ ਤੋਂ ਬਾਅਦ ਚਿੱਕੜ ਦੇ ਵਿੱਚ ਡਿੱਗ ਪਵੇ ਤੇ ਹੱਥ ਪੱਲੇ ਕੱਖ ਨਹੀਂ ਪੈਂਦਾ। ਤੇ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਉਹ ਹੈ ਜੋ ਅਸੀਂ ਚੱਬ ਰਹੇ ਹਾਂ, ਖਾ ਰਹੇ ਹਾਂ, ਉਹ ਸਾਡੀ ਭੁੱਖ ਵੀ ਮਿਟਾਉਂਦਾ ਹੈ, ਉਹ ਸਾਡੇ ਸਰੀਰਕ ਸਾਨੂੰ ਤਾਕਤ ਵੀ ਦਿੰਦਾ ਹੈ, ਉਹ ਸਾਨੂੰ ਸਾਥ ਵੀ ਦਿੰਦਾ ਹੈ। ਇਸ ਲਈ ਜ਼ਿੰਦਗੀ ਜੀਂਦਿਆਂ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ। ਇਹ ਸ਼ੁਭ ਗੁਣ ਤੁਹਾਡੇ ਆਤਮਿਕ ਜੀਵਨ ਦੇ ਸਾਥੀ ਬਣਨਗੇ। ਜਿਹੜੇ ਪਾਪ ਔਰ ਵਿਕਾਰ, ਅਪਰਾਧ, ਕਰਮ ਕਾਂਡ ਨੇ, ਉਹ ਸਾਰਾ ਯਤਨ ਤੁਹਾਡਾ ਇੰਜ ਹੋ ਜਾਏਗਾ ਜਿਵੇਂ ਚਿੱਕੜ ਦੇ ਵਿੱਚ ਆਟਾ ਡਿੱਗ ਪੈਂਦਾ। ਕਬੀਰ ਜੀ ਅਗਲੀ ਗੱਲ ਕਰ ਰਹੇ ਨੇ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਇਹਨੂੰ ਕੁਸ਼ਲਾਤ ਨਹੀਂ ਪੜਨਾ, ਕੁਸ਼ਲਾਤ, ਸੱਸੇ ਥੱਲੇ ਬਿੰਦੀ ਲਗਾ ਕੇ ਪੈਰ ਥੱਲੇ, ਕੁਸ਼ਲਾਤ, ਕੁਸ਼ਲਤਾ। ਕਬੀਰ ਮਨ ਜਾਣੈ ਸਭ ਬਾਤ। ਕਬੀਰ ਜੀ ਕਹਿੰਦੇ ਨੇ ਕਿ ਮਨੁੱਖ ਹਰ ਰੋਜ਼ ਧਰਮ ਸਥਾਨ ਤੇ ਜਾ ਕੇ ਭਗਤੀ ਬੰਦਗੀ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਠੱਗੀ ਫਰੇਬ ਵੀ ਕਰਦਾ ਹੈ, ਤੇ ਉਹ ਇਸ ਗੱਲ ਤੋਂ ਨਾ ਵਾਕਿਫ ਨਹੀਂ ਹੈ। ਕੋਈ ਬੰਦਾ ਆਪਣੀ ਜ਼ਿੰਦਗੀ ਤੋਂ ਅਣਜਾਣ ਨਹੀਂ ਹੈ। ਮਨ ਜਾਣੈ ਸਭ ਬਾਤ, ਬੰਦੇ ਦਾ ਮਨ ਹਰ ਗੱਲ ਜਾਣਦਾ ਹੈ। ਜਾਣਤ ਹੀ ਔਗਣ ਕਰੇ, ਜਾਣਦਾ ਬੁੱਝਦਾ ਔਗਣ ਕਰਦਾ ਹੈ, ਪਾਪ ਕਮਾਉਂਦਾ ਹੈ। ਮਿਸਾਲ ਵਜੋਂ, ਜਦੋਂ ਸਾਨੂੰ ਕੋਈ ਗੱਲ ਪੁੱਛਦਾ ਹੈ ਤੇ ਅਸੀਂ ਝੂਠ ਬੋਲ ਦਿੰਦੇ ਹਾਂ, ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਝੂਠ ਬੋਲ ਰਹੇ ਹਾਂ। ਇਸ ਗੱਲ ਦਾ ਬੰਦੇ ਨੂੰ ਪਤਾ ਹੈ ਨਾ ਕਿ ਮੈਂ ਝੂਠ ਬੋਲ ਰਿਹਾ। ਦੇਖੋ, ਇਸ ਦੁਨੀਆ ਦੇ ਹਰ ਇਨਸਾਨ ਨੂੰ ਪਤਾ ਹੈ ਕਿ ਇੱਕ ਦੂਜੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ, ਪਰ ਫਿਰ ਵੀ ਅਸੀਂ ਈਰਖਾ ਕਰਦੇ ਹਾਂ ਨਾ। ਪਤਾ ਸਾਰਿਆਂ ਨੂੰ ਹੈ ਕਿ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ, ਈਰਖਾ ਕਰਨੀ ਮਾੜੀ ਹੈ, ਪਰ ਲੋਕ ਈਰਖਾ ਕਰ ਰਹੇ ਨੇ। ਸਾਨੂੰ ਪਤਾ ਹੈ ਨਾ ਕਿ ਹੰਕਾਰ ਕਰਕੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਹਰ ਇਨਸਾਨ ਨੂੰ ਇਨਸਾਨ ਸਮਝਣਾ ਚਾਹੀਦਾ ਹੈ, ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। ਪਤਾ ਹੈ ਸਾਰਿਆਂ ਨੂੰ, ਇਹ ਨਹੀਂ ਕਿ ਨਹੀਂ ਪਤਾ, ਲੇਕਿਨ ਅਸੀਂ ਜਾਣ ਬੁੱਝ ਕੇ ਹੰਕਾਰ ਕਰ ਰਹੇ ਹਾਂ। ਸਾਨੂੰ ਪਤਾ ਹੈ ਨਾ ਕਿ ਝੂਠ ਨਹੀਂ ਬੋਲਣਾ ਚਾਹੀਦਾ, ਬੇਵਿਸ਼ਵਾਸੀ ਪੈਦਾ ਨਹੀਂ ਕਰਨੀ ਚਾਹੀਦੀ, ਇਹਦੇ ਨਾਲ ਨੁਕਸਾਨ ਹੁੰਦੇ ਨੇ, ਹਰ ਬੰਦੇ ਨੂੰ ਪਤਾ ਹੈ। ਲੇਕਿਨ ਘਰਾਂ ਦੇ ਵਿੱਚ ਨੂੰ ਸੱਸ ਅੱਗੇ ਤੇ ਸੱਸ ਨੂੰ ਅੱਗੇ, ਪਿਓ ਪੁੱਤਰ ਅੱਗੇ ਤੇ ਪੁੱਤਰ ਪਿਓ ਅੱਗੇ ਛੋਟੇ ਛੋਟੇ ਝੂਠ ਬੋਲ ਰਹੇ ਆ ਨਾ। ਪਤਾ ਹੈ ਲੇਕਿਨ ਬੋਲ ਰਹੇ ਆ। ਪਤਾ ਹੈ ਰਿਸ਼ਵਤ ਨਹੀਂ ਲੈਣੀ ਚਾਹੀਦੀ, ਲੇਕਿਨ ਚੰਗਾ ਪੜਿਆ ਲਿਖਿਆ ਬੰਦਾ ਇੱਕ ਆਫੀਸਰ ਹੈ ਤੇ ਰਿਸ਼ਵਤ ਲੈ ਰਿਹਾ ਹੈ। ਆਪਣੀ 80,000 ਤਨਖਾਹ ਹੈ, 400 ਰੁਪਏ ਦਿਹਾੜੀ ਵਾਲੇ ਤੇ ਰਿਸ਼ਵਤ ਲੈ ਰਿਹਾ। ਪਤਾ ਹੈ ਰਿਸ਼ਵਤ ਨਹੀਂ ਲੈਣੀ ਚਾਹੀਦੀ, ਗਲਤ ਹੈ, ਲੇਕਿਨ ਲੈ ਰਿਹਾ ਹੈ। ਪਤਾ ਹੈ ਜਿੰਨੀ ਮੈਂ ਮਜ਼ਦੂਰੀ ਲੈ ਰਿਹਾ ਮੈਨੂੰ ਉਨਾ ਕੰਮ ਕਰਨਾ ਚਾਹੀਦਾ, ਪਰ ਮੈਂ ਨਹੀਂ ਉਨਾ ਕੰਮ ਕਰ ਰਿਹਾ। ਪਤਾ ਹੈ ਕਿ ਮਜ਼ਦੂਰ ਦੀ ਮਜ਼ਦੂਰੀ, ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਹੈ, ਪਰ ਲੋਕ ਮਜ਼ਦੂਰਾਂ ਦੇ ਪੈਸੇ ਮਾਰ ਦਿੰਦੇ ਨੇ। ਪਤਾ ਹੈ ਦਾਜ ਦਹੇਜ ਨਹੀਂ ਲੈਣਾ ਚਾਹੀਦਾ, ਪਰ ਅਸੀਂ ਲੈ ਰਹੇ ਹਾਂ।
ਪਤਾ ਹੈ ਨਸ਼ੇ ਨਹੀਂ ਵਰਤਣੇ ਚਾਹੀਦੇ ਪਰ ਵਰਤ ਰਹੇ ਆ। ਤਾਂ ਕਬੀਰ ਜੀ ਕਹਿੰਦੇ ਨੇ ਇਹ ਬੰਦਾ ਅਣਜਾਣ ਨਹੀਂ ਹੈ, ਜਾਣਦਾ ਹੈ ਤੇ ਜਾਣ ਦਾ ਬੁੱਝਦਾ ਔਗਣ ਕਰ ਰਿਹਾ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਮਨ ਸਭ ਕੁਝ ਜਾਣਦਾ ਹੈ ਪਰ ਜਾਣਦਾ ਬੁੱਝਦਾ ਇਹ ਔਗਣ ਕਰ ਰਿਹਾ ਹੈ। ਹੁਣ ਦੇਖੋ, ਜੇ ਅਸੀਂ ਆਪਣੇ ਵੱਲ ਝਾਤ ਮਾਰੀਏ ਤਾਂ ਕਿੰਨੇ ਵੀਰਾਂ ਨੂੰ ਇਹ ਪਤਾ ਹੈ ਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ ਕਿ ਨਹੀਂ ਜੀਣੀ ਚਾਹੀਦੀ? ਜੀਣੀ ਚਾਹੀਦੀ ਹੈ ਨਾ, ਪਰ ਅਸੀਂ ਨਹੀਂ ਜੀ ਰਹੇ। ਸਾਨੂੰ ਪਤਾ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਤੇ ਸ਼ਬਦ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਤੇ ਮੱਥਾ ਨਹੀਂ ਟੇਕਣਾ, ਪਰ ਅਸੀਂ ਬਾਬਿਆਂ ਨੂੰ ਮੱਥੇ ਟੇਕ ਰਹੇ ਹਾਂ ਨਾ, ਪਤਾ ਹੈ ਨਾ। ਤਾਂ ਕਬੀਰ ਜੀ ਕਹਿੰਦੇ ਨੇ ਮਨ ਸਭ ਕੁਝ ਜਾਣਦਾ ਹੈ, ਜਾਣਦਿਆਂ ਬੁੱਝਦਿਆਂ ਵੀ ਜੇ ਬੰਦਾ ਔਗਣ ਕਰਦਾ ਹੈ ਤਾਂ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਕੁਸ਼ਲਾਤ ਦਾ ਮਤਲਬ ਸੁਖ, ਹਾਥ ਦੀਪ ਦਾ ਮਤਲਬ ਹੱਥ ਦੇ ਵਿੱਚ ਦੀਪਕ ਹੋਵੇ। ਇੱਥੇ ਹੱਥ ਦੇ ਥੱਥੇ ਨਾਲ ਸਿਹਾਰੀ, ਇਹਦਾ ਮਤਲਬ ਹੱਥ ਵਿੱਚ। ਕੂਏ ਪਰੇ ਦਾ ਮਤਲਬ ਖੂਹ ਦੇ ਵਿੱਚ ਡਿੱਗ ਪਿਆ। ਹੁਣ ਕਬੀਰ ਜੀ ਕਹਿੰਦੇ ਨੇ ਕਿ ਬੰਦੇ ਦੇ ਹੱਥ ਦੇ ਅੰਦਰ ਦੀਵਾ ਵੀ ਹੋਵੇ, ਤੇ ਦੀਵਾ ਹੁੰਦਿਆਂ ਹੋਇਆਂ ਵੀ ਜੇ ਕੋਈ ਖੂਹ ਦੇ ਵਿੱਚ ਡਿੱਗ ਪਏ, ਉਹਨੂੰ ਕੌਣ ਬਚਾ ਸਕਦਾ? ਆਪਾਂ ਪਿੱਛੇ ਗੱਲ ਕੀਤੀ ਸੀ ਨਾ ਕਿ ਕੋਈ ਬੰਦਾ ਆਂਦਾ ਹੈ ਤੇ ਆਣ ਕੇ ਕਹਿੰਦਾ ਭਾਈ ਸਾਹਿਬ ਟਾਰਚ ਹੈ, ਤੇ ਉਹ ਬੰਦਾ ਕਹਿੰਦਾ ਹਾਂ ਟਾਰਚ ਹੈ, ਤੇ ਕਹਿੰਦਾ ਯਾਰ ਮੈਨੂੰ ਟਾਰਚ ਦੇ, ਰਾਹ ਵਿੱਚ ਨਾ ਹਨੇਰਾ ਹੈ ਤੇ ਰਾਹ ਵਿੱਚ ਇੱਕ ਦੋ ਖੂਹ ਖਾਤੇ ਜੇ ਨੇ, ਮੈਂ ਕਿਤੇ ਕਿਸੇ ਟੋਏ ਦੇ ਵਿੱਚ ਨਾ ਡਿੱਗ ਪਵਾਂ, ਮੈਂ ਘਰ ਜਾਣਾ ਚਾਹੁੰਦਾ, ਹਨੇਰਾ ਬੜਾ ਹੈ ਤੇ ਮੈਂ ਕਿਸੇ ਟੋਏ ਵਿੱਚ ਨਾ ਡਿੱਗ ਪਵਾਂ, ਇਸ ਲਈ ਮੈਨੂੰ ਟਾਰਚ ਚਾਹੀਦੀ ਹੈ। ਉਹ ਟਾਰਚ ਵਰਤ ਰਿਹਾ ਹੈ ਖੂਹ ਖਾਤੇ ਵਿੱਚ ਡਿੱਗਣ ਤੋਂ ਬਚਣ ਲਈ। ਤੇ ਦੂਜਾ ਬੰਦਾ ਆਣ ਕੇ ਕਹਿੰਦਾ ਯਾਰ ਤੁਹਾਡੇ ਕੋਲ ਬੈਟਰੀ ਹੈ, ਟਾਰਚ ਹੈ? ਉਹ ਕਹਿੰਦੇ ਹਾਂ। ਕਹਿੰਦਾ ਯਾਰ ਮੈਨੂੰ ਟਾਰਚ ਦਿਓ, ਹਨੇਰੇ ਵਿੱਚ ਖੂਹ ਨਹੀਂ ਲੱਭਦਾ, ਮੈਂ ਖੂਹ ਲੱਭ ਕੇ ਖੂਹ 'ਚ ਛਾਲ ਮਾਰ ਕੇ ਆਤਮ ਹੱਤਿਆ ਕਰਨੀ, ਮੈਂ ਡੁੱਬ ਕੇ ਮਰਨਾ। ਹੁਣ ਉਹਨੂੰ ਕੌਣ ਬਚਾਏ? ਟਾਰਚ ਤੇ ਚਾਹੀਦੀ ਸੀ ਨਾ, ਗਿਆਨ ਤੇ ਚਾਹੀਦਾ ਸੀ ਵੀ ਵਿਕਾਰਾਂ ਤੋਂ ਬਚਦਾ, ਪਰ ਟਾਰਚ ਲੈ ਕੇ, ਦੀਵਾ ਲੈ ਕੇ ਖੂਹ ਲੱਭਦਾ ਫਿਰਦਾ ਵੀ ਮੈਨੂੰ ਖੂਹ ਲੱਭੇ ਤੇ ਮੈਂ ਖੂਹ ਦੇ ਵਿੱਚ ਛਾਲ ਮਾਰ ਕੇ ਮਰਾਂ। ਉਹਨੂੰ ਕੌਣ ਬਚਾ ਸਕਦਾ? ਹਾਥ ਦੀਪ ਕੂਏ ਪਰੇ, ਉਹਨੂੰ ਕਾਦੀ ਸੁੱਖ ਸਾਂਦ? ਹੁਣ ਦੇਖੋ, ਇਹ ਹਾਥ ਦੀਪ ਕੂਏ ਪਰੇ ਕੀ ਹੈ? ਗਿਆਨ ਦੀ ਗੱਲ ਹੈ, ਗਿਆਨ ਦਾ ਦੀਵਾ ਹੈ। ਔਰ ਗਿਆਨ ਦੀ ਦਾਤ ਕੁਦਰਤ ਨੇ, ਰੱਬ ਨੇ ਹਰ ਇਨਸਾਨ ਨੂੰ ਦਿੱਤੀ ਹੈ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਡੇ ਦਿਮਾਗ ਦੀ ਜੋ ਮੈਮਰੀ ਹੈ, 1500 ਕਰੋੜ ਕੰਪਿਊਟਰ ਦੀ ਹਾਰਡ ਡਰਾਈਵ ਦੀ ਮੈਮਰੀ ਜਿੰਨੀ ਮੈਮਰੀ ਕੱਲੇ ਦਿਮਾਗ ਦੀ ਹੈ। ਜੇ ਸਾਡੇ ਦਿਮਾਗ ਦੀ ਮੈਮਰੀ ਦੀਆਂ ਸੀਡੀਜ਼ ਬਣਾਈਆਂ ਜਾਣ ਤਾਂ ਧਰਤੀ ਤੋਂ ਲੈ ਕੇ ਚੰਦਰਮਾ ਤੱਕ ਉੱਚਾ ਢੇਰ ਲੱਗੇਗਾ। ਜੇ ਇਹਦੀਆਂ ਬੁੱਕਸ ਲਿਖੀਆਂ ਜਾਣ ਤਾਂ 15 ਲਾਇਬ੍ਰੇਰੀਆਂ ਬੱਚੇ ਦੇ ਹਿੱਸੇ ਹੋਣਗੀਆਂ ਪੂਰੀ ਦੁਨੀਆ 'ਚ, ਇੰਨੀ ਵੱਡੀ ਮੈਮਰੀ। ਤਾਂ ਇਹਨਾਂ ਦਿਮਾਗ ਕੁਦਰਤ ਨੇ ਹਰ ਇਨਸਾਨ ਨੂੰ ਦਿੱਤਾ ਹੈ। ਪਰ ਗੱਲ ਤਾਂ ਹੁਣ ਦਿਮਾਗ ਨੂੰ ਵਰਤਣ ਦੀ ਹੈ ਕਿ ਇਹਨੂੰ ਪੋਜ਼ਿਟਿਵ ਵਰਤੋਗੇ ਕਿ ਨੈਗੇਟਿਵ ਵਰਤੋਗੇ। ਕੁਦਰਤ ਨੇ ਦਿਮਾਗ ਦੇ ਦਿੱਤਾ ਹੈ, ਹੁਣ ਇਹਦੀ ਵਰਤੋਂ ਅਸਾਂ ਕਰਨੀ ਹੈ। ਉਹ ਜੋ ਦਿਮਾਗ ਦੀ ਵਰਤੋਂ ਅਸੀਂ ਕਰਾਂਗੇ ਉਹ ਸਾਡੀ ਜ਼ਿੰਦਗੀ ਵਿੱਚ ਸੁੱਖ ਜਾਂ ਦੁੱਖ ਪੈਦਾ ਕਰਨਗੇ। ਦੇਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੁਝ ਡਾਕਟਰ ਵੀਰ ਨੇ ਜਿਨ੍ਹਾਂ ਨੇ ਅੰਗੂਰਾਂ ਤੋਂ ਦਵਾਈ ਬਣਾ ਦਿੱਤੀ ਵੀ ਹੁਣ ਅੰਗੂਰ ਖਾਏ ਨਹੀਂ ਜਾਂਦੇ, ਬਾਕੀ ਜੋ ਬਚ ਗਏ ਨੇ ਇਹਨਾਂ ਨਾਲ ਦਵਾਈ ਬਣਾ ਦਿਓ, ਗਲੂਕੋਜ਼ ਵਗੈਰਾ ਹੋਰ ਕਈ ਦਵਾਈਆਂ ਵਿੱਚ, ਜਿਹਦੇ ਨਾਲ ਬੰਦੇ ਦਾ ਸਰੀਰ ਅਰੋਗ ਹੋਏਗਾ। ਉਹਨੇ ਦਿਮਾਗ ਵਰਤਿਆ, ਅੰਗੂਰਾਂ ਤੋਂ ਦਵਾਈ ਬਣਾ ਦਿੱਤੀ। ਦੂਜੇ ਬੰਦੇ ਨੂੰ ਵੀ ਰੱਬ ਨੇ ਦਿਮਾਗ ਦਿੱਤਾ, ਉਹਨੇ ਵੀ ਦਿਮਾਗ ਵਰਤਿਆ, ਉਹਨੇ ਅੰਗੂਰ ਤਰਕਾਏ ਤੇ ਅੰਗੂਰਾਂ ਤੋਂ ਸ਼ਰਾਬ ਬਣਾ ਦਿੱਤੀ। ਦਿਮਾਗ ਤਾਂ ਉਹਨੇ ਵੀ ਵਰਤਿਆ ਨਾ, ਬਿਨਾਂ ਦਿਮਾਗ ਤੋਂ ਥੋੜਾ। ਦਿਮਾਗ ਉਹ ਬੰਦਾ ਵੀ ਵਰਤ ਰਿਹਾ ਹੈ ਜੋ ਬੰਬ ਧਮਾਕੇ ਕਰਕੇ ਨਜਾਇਜ਼ ਲੋਕਾਂ ਦੇ ਕਤਲ ਕਰਦਾ ਹੈ। ਬਿਨਾਂ ਦਿਮਾਗ ਤੋਂ ਤੇ ਪਤਾ ਹੀ ਨਹੀਂ ਨਾ। ਹੁਣ ਮੇਰੇ ਵਰਗਾ ਬੰਦਾ ਥੋੜੀ ਬੰਬ ਬਣਾ ਸਕਦਾ, ਪਤਾ ਹੀ ਨਹੀਂ ਕਿਹੜੇ ਕੈਮੀਕਲ ਚਾਹੀਦੇ ਨੇ, ਕਿੰਨੀ ਮਿਕਦਾਰ ਵਿੱਚ ਕਿਵੇਂ ਮਿਲਾਣੇ ਨੇ। ਜਿਸ ਬੰਦੇ ਦੇ ਕੋਲ ਦਿਮਾਗ ਹੈ, ਵਰਤੋਂ ਕਰੇਗਾ, ਤੇ ਉਹ ਵਰਤੋਂ ਕਰ ਰਿਹਾ ਹੈ ਬੰਬ ਧਮਾਕੇ ਕਰਨ ਲਈ, ਤੇ ਦੂਜਾ ਬੰਦਾ ਜਿਹੜਾ ਹੈ ਦਿਮਾਗ ਦੀ ਵਰਤੋਂ ਕਰ ਰਿਹਾ ਹੈ ਲੋਕਾਂ ਨੂੰ ਸੁਖੀ ਔਰ ਸ਼ਾਂਤ ਕਰਨ ਲਈ।
ਇੱਕ ਬੰਦਾ ਦਿਮਾਗ ਦੀ ਵਰਤੋਂ ਕਰ ਰਿਹਾ ਹੈ ਕਿ ਘਰ ਦੇ ਵਿੱਚ ਸ਼ਾਂਤੀ ਕਿਵੇਂ ਹੋਵੇ, ਤੇ ਦੂਜਾ ਬੰਦਾ ਦਿਮਾਗ ਦੀ ਵਰਤੋਂ ਕਰ ਰਿਹਾ ਵੀ ਇਸ ਘਰ ਨੂੰ ਪਾੜੀਏ ਕਿਵੇਂ। ਇੱਕ ਬੰਦਾ ਵਰਤੋਂ ਕਰ ਰਿਹਾ ਹੈ ਕਿ ਜੋ ਮੇਰੇ ਰਿਸ਼ਤੇ ਨਾਤੇ ਨੇ, ਮੇਰੇ ਸੱਜਣ ਮਿੱਤਰ ਨੇ, ਇਹਨਾਂ ਦੇ ਨਾਲ ਮੈਂ ਪਿਆਰ ਮੁਹੱਬਤ ਨਾਲ ਕਿਵੇਂ ਰਹਿ ਸਕਣਾ, ਸਮਾਜ ਨੂੰ ਮੈਂ ਸੋਹਣਾ ਕਿਵੇਂ ਬਣਾ ਸਕਣਾ। ਇੱਕ ਤਾਂ ਇਸ ਵਾਸਤੇ ਵਰਤ ਰਿਹਾ ਹੈ, ਤੇ ਦੂਜਾ ਐਵੇਂ ਵਰਤ ਰਿਹਾ ਹੈ ਕਿ ਸਮਾਜ ਦੇ ਅੰਦਰ ਅਫਵਾਹਾਂ ਫੈਲਾ ਕੇ ਇੱਕ ਦੂਜੇ ਦੇ ਵੈਰੀ ਕਿਵੇਂ ਬਣਾਇਆ ਜਾ ਸਕਦਾ ਹੈ। ਹੁਣ ਦਿਮਾਗ ਦੀ ਵਰਤੋਂ ਹੀ ਹੈ ਨਾ। ਜਿਹੜਾ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਦਿਮਾਗ ਦੀ ਵਰਤੋਂ ਗਲਤ ਕੀਤੀ ਗਈ ਹੈ ਨਾ ਕਿਸਾਨਾਂ ਦੇ ਖਿਲਾਫ। ਦਿਮਾਗ ਤੋਂ ਬਿਨਾਂ ਤੇ ਕੰਮ ਨਹੀਂ ਹੁੰਦਾ। ਹੁਣ ਦੂਜੇ ਪਾਸੇ ਕਿਸਾਨ ਵੀਰ ਜਿਹੜੇ ਨੇ ਉਹ ਦਿਮਾਗ ਦੀ ਵਰਤੋਂ ਸਹੀ ਕਰ ਰਹੇ ਨੇ ਕਿ ਇਹ ਕਾਨੂੰਨ ਵਾਪਸ ਕੀਤੇ ਜਾਣ ਤੇ ਲੋਕਾਂ ਨੂੰ ਸੁੱਖ ਸਹੂਲਤ ਜਿਹੜੀ ਤਾਂ ਮਿਲ ਸਕਦੀ। ਦੂਜੇ ਪਾਸੇ ਦਿਮਾਗ ਦੀ ਵਰਤੋਂ ਹੀ ਕੀਤੀ ਜਾ ਰਹੀ ਵੀ ਇਹਨਾਂ ਦਾ ਸਾਰਾ ਕੁਝ ਹੜੱਪਿਆ ਕਿਵੇਂ ਜਾ ਸਕਦਾ ਹੈ। ਦਿਮਾਗ ਦੀ ਵਰਤੋਂ ਹੀ ਹੈ ਨਾ। ਇਸ ਲਈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ, ਉਸ ਬੰਦੇ ਨੂੰ ਕਿਵੇਂ ਕੁਸ਼ਲਤਾ ਹੋ ਸਕਦੀ ਹੈ, ਕਿਵੇਂ ਉਹ ਬੰਦਾ ਸੁਖੀ ਔਰ ਸ਼ਾਂਤ ਰਹਿ ਸਕਦਾ ਹੈ ਜਿਹਦੇ ਹੱਥ ਵਿੱਚ ਦੀਵਾ ਹੋਵੇ ਤੇ ਉਹ ਦੀਵੇ ਦੇ ਨਾਲ ਖੂਹ ਲੱਭ ਕੇ ਖੂਹ ਦੇ ਵਿੱਚ ਛਾਲ ਮਾਰੇ। ਇੱਥੇ ਗੱਲ ਦੂਜੇ ਦੀਵੇ ਦੀ ਨਹੀਂ ਹੈ, ਉਹ ਇੱਕ ਮਿਸਾਲ ਹੈ। ਇੱਥੇ ਗੱਲ ਆ ਦਿਮਾਗ ਰੂਪੀ ਦੀਵੇ ਦੀ, ਅਕਲ ਦੀ, ਕਿ ਅਕਲ ਦੀ ਵਰਤੋਂ ਹੀ ਬੰਦਾ ਐਵੇਂ ਕਰੇ ਕਿ ਮੈਂ ਵਿਕਾਰਾਂ ਵਿੱਚ ਡਿੱਗਣਾ ਹੈ, ਕਰੈਕਟਰਲੈਸ ਹੋਣਾ ਹੈ, ਸ਼ਰਾਬਾਂ ਪੀਣੀਆਂ ਨੇ, ਵਿਕਾਰਾਂ ਵਿੱਚ ਜਾਣਾ ਹੈ। ਉਸ ਬੰਦੇ ਨੂੰ ਕੌਣ ਸੁਖੀ ਕਰ ਸਕਦਾ ਜਿਹੜਾ ਜਾਣਦਾ ਬੁੱਝਦਾ ਖੂਹ ਦੇ ਵਿੱਚ ਡਿੱਗ ਰਿਹਾ ਹੈ। ਤਾਂ ਇਸ ਲਈ ਸਾਨੂੰ ਇੱਥੇ ਜਾਣ ਬੁੱਝ ਕੇ ਖੂਹ ਵਿੱਚ ਡਿੱਗਣ ਤੋਂ ਬਚਾਉਣ ਦੀ ਹਿਦਾਇਤ ਕੀਤੀ ਜਾ ਰਹੀ ਹੈ ਔਰ ਸਾਨੂੰ ਸਮਝਾਇਆ ਜਾ ਰਿਹਾ ਕਿ ਭਾਈ ਮਛਲੇ ਨਾ ਬਣੋ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਤੇ ਸੁੱਤਾ ਹੁੰਦਾ ਹੈ ਬੰਦਾ, ਉਹਨੂੰ ਤੇ ਕੁੰਡਾ ਖੜਕਾਈਏ ਤੇ ਜਾਗ ਜਾਂਦਾ ਹੈ। ਇੱਕ ਵਾਰੀ ਨਹੀਂ, ਦੋ ਤਿੰਨ ਵਾਰੀ ਖੜਕਾਓਗੇ ਜਾਗ ਜਾਏਗਾ। ਕਈ ਬੰਦੇ ਹੁੰਦੇ ਨੇ ਅੰਦਰ ਜਾਗਦੇ ਹੁੰਦੇ ਨੇ, ਚੰਗੇ ਭਲੇ ਬੈਠੇ ਪੜ ਰਹੇ ਨੇ, ਪਰ ਉਹ ਐਕਟਿੰਗ ਸੌਣ ਦੀ ਕਾਰਨ ਜਿੰਨਾ ਮਰਜ਼ੀ ਫਿਰ ਦਰਵਾਜ਼ਾ ਭੰਨੀ ਜਾ, ਉਹਨਾਂ ਨੂੰ ਜਾਗਣਾ ਥੋੜਾ, ਕਿਉਂਕਿ ਮਚਲੇ ਹੋਏ ਨੇ। ਮਚਲੇ ਨੂੰ ਨਹੀਂ ਕੋਈ ਜਗਾ ਸਕਦਾ। ਤਾਂ ਇੱਥੇ ਮਨੁੱਖ ਮਾਤਰ ਨੂੰ ਸਮਝਾਇਆ ਜਾ ਰਿਹਾ ਹੈ ਮਚਲੇ ਨਾ ਬਣੋ, ਦਿਮਾਗ ਦੀ ਅਕਲ ਦੀ ਸਹੀ ਵਰਤੋਂ ਕਰੋ। ਇਹ ਦਿਮਾਗ ਦੇ ਨਾਲ ਖੂਹ ਖਾਤਿਆਂ ਵਿੱਚ ਨਾ ਡਿੱਗਦੇ ਫਿਰੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਚੁਗਲੀ ਨਿੰਦਾ ਝੂਠ ਫਰੇਬ ਚੋਰੀਆਂ ਯਾਰੀਆਂ ਬੇਈਮਾਨੀਆਂ ਠੱਗੀਆਂ ਪਹਿਨਾਮੀਆਂ ਪਾਪ ਅਪਰਾਧ ਮੇਰ ਤੇਰ ਭਰੂਣ ਹੱਤਿਆ ਜਾਤੀਵਾਦ ਦਾਜ ਦਹੇਜ ਲੜਾਈ ਦੰਗੇ ਫਸਾਦ। ਦਿਮਾਗ ਦੀ ਵਰਤੋਂ ਕਰੋ ਤੇ ਇਹਨਾਂ ਤੋਂ ਬਚੋ। ਇਹਨਾਂ ਵਾਸਤੇ ਦਿਮਾਗ ਦੀ ਵਰਤੋਂ ਨਾ ਕਰੋ, ਸਗੋਂ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਾਨਤਾ ਸੇਵਾ ਨਿਰਭੈਤਾ ਨਿਰਵੈਰਤਾ ਇਨਸਾਨੀਅਤ ਵਾਸਤੇ ਦਿਮਾਗ ਨੂੰ ਵਰਤੋ। ਜੇ ਦਿਮਾਗ ਦੀ ਵਰਤੋਂ ਗਲਤ ਕਰੋਗੇ ਤੇ ਫਿਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹੋਣ ਤੇ ਉਹਨਾਂ ਨੂੰ ਕੌਣ ਬਚਾ ਸਕਦਾ? ਕੋਈ ਨਹੀਂ ਬਚਾ ਸਕਦਾ। ਇਸ ਲਈ ਗੁਰਦੇਵ ਨੇ ਥਾਂ ਪਰ ਥਾਂ ਬਾਣੀ ਵਿੱਚ ਵੀ ਸਾਨੂੰ ਸੁਚੇਤ ਕੀਤਾ ਹੈ, ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀਏ, ਅਕਲੀ ਪਾਈਏ ਮਾਨ, ਨਾਨਕ ਆਖੇ ਰਾ ਇਹ ਹੋਰ ਗੱਲਾਂ ਸ਼ੈਤਾਨ। ਜੇ ਅਕਲ ਦੀ ਵਰਤੋਂ ਠੀਕ ਨਹੀਂ ਕਰੋਗੇ, ਗਿਆਨ ਦੀ ਵਰਤੋਂ ਠੀਕ ਨਹੀਂ ਕਰੋਗੇ ਤਾਂ ਜ਼ਿੰਦਗੀ ਅੰਦਰ ਸ਼ੈਤਾਨੀਅਤ ਔਰ ਹੈਵਾਨੀਅਤ ਪੈਦਾ ਹੋ ਜਾਏਗੀ। ਤਾਂ ਇਥੋਂ ਸਾਨੂੰ ਜੀਵਨ ਵਾਸਤੇ ਜੋ ਢੰਗ ਮਿਲ ਰਿਹਾ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਬੰਦਾ ਬਹੁਤਾਤ ਗਿਣਤੀ ਦੇ ਅੰਦਰ ਬੇਈਮਾਨੀ ਵਰਤਦਾ ਹੈ, ਚਲਾਕੀ ਵਰਤਦਾ ਹੈ, ਦੋਗਲਾਪਨ ਵਰਤਦਾ ਹੈ। ਇਹਨੂੰ ਪਤਾ ਹੁੰਦਾ ਹੈ ਕਿ ਮੈਂ ਵਿਕਾਰ ਕਮਾ ਰਿਹਾ, ਜਾਣ ਬੁੱਝ ਕੇ ਜੋ ਵਿਕਾਰ ਕਮਾਉਂਦਾ ਹੈ ਉਸ ਬੰਦੇ ਨੂੰ ਕਦੇ ਸੁਖੀ ਔਰ ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਸ ਲਈ ਭਾਈ ਆਪਣੇ ਦਿਮਾਗ ਦੀ ਸਹੀ ਵਰਤੋਂ ਕਰੋ, ਗੁਣਾਂ ਵਾਸਤੇ ਵਰਤੋਂ ਕਰੋ, ਤਾਂ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਆ ਸਕਦੀ ਹੈ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਤਾਂ ਅੱਜ ਦੀ ਇਸ ਵਿਚਾਰ ਵਿੱਚ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ, ਜੋ ਅੱਜ ਅਸਾਂ ਸ਼ਲੋਕ ਵਿਚਾਰੇ ਨੇ ਇਹਨਾਂ ਦੇ ਮੁਤਲਕ ਕੋਈ ਸਵਾਲ ਹੋਵੇ ਤਾਂ ਆਪ ਸਵਾਲ ਕਰ ਸਕਦੇ ਹੋ। ਔਰ ਜੇ ਕਿਸੇ ਨੇ ਆਪਣੇ ਅੱਜ ਦੀ ਵਿਚਾਰ ਬਾਰੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਤੇ ਆਪ ਸਾਰੇ ਭੈਣਾਂ ਭਰਾਵਾਂ ਵੱਲੋਂ ਜੋ ਮੈਨੂੰ ਪਿਆਰ ਮਿਲਿਆ ਹੈ ਉਹਦਾ ਮੈਂ ਧੰਨਵਾਦ ਕਰਨਾ। ਤੇ ਮੈਂ ਹੁਣ ਕਰੀਬ ਨਾਰਮਲ ਆ, ਕਰੋਨਾ ਵਾਲੀ ਜਿਹੜੀ ਪ੍ਰੋਬਲਮ ਸੀ ਕਰੀਬ ਸਮਾਪਤ ਹੈ ਤੇ ਹੁਣ ਮੈਂ ਬੋਲ ਵੀ ਸਕਦਾ ਵਾਂ, ਮੈਂ ਤੁਰ ਫਿਰ ਵੀ ਸਕਦਾ ਹਾਂ, ਸਾਹ ਵੀ ਠੀਕ ਆਉਂਦਾ ਹੈ ਔਰ ਜਿਹੜੀਆਂ ਸਰੀਰਕ ਪ੍ਰੋਬਲਮ ਸਨ
ਉਹ ਸਾਰੀਆਂ ਠੀਕ ਨੇ ਤੇ ਮਾਨਸਿਕ ਤੌਰ ਤੇ ਮੈਂ ਵੈਸੇ ਵੀ ਪਰੇਸ਼ਾਨ ਨਹੀਂ ਸੀ ਹੋਇਆ, ਮੈਂ ਪੋਜ਼ਿਟਿਵ ਰਿਹਾ। ਇਹ ਸਾਰੇ ਤੁਹਾਡੇ ਵੀਰਾਂ ਦੇ ਭੈਣਾਂ ਦੇ ਸਹਿਯੋਗ ਦੇ ਨਾਲ ਹੋਇਆ। ਤੇ ਇੱਥੇ ਮੈਂ ਖਿਮਾ ਦਾ ਜਾਚਕਾਂ, ਕਿਸੇ ਵੀਰ ਦਾ ਕੋਈ ਸਵਾਲ ਹੋਵੇ ਜਾਂ ਵਿਊਜ਼ ਹੋਣ ਤਾਂ ਉਹ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।